Tobacco Chelmsford Reforms है कि इसी ਦਾ ऑफिशियल नाम है गवर्नमेंट ऑफ इंडिया एक्ट 1919। गवर्नमेंट ऑफ इंडिया एक्ट 1919 ਦੇ ਵਿੱਚ ਫॉर ਦੀ ਵੈਰੀ ਫਸਟ ਟਾਈਮ ਸਿਸਟਮ ਆਫ ਡਾਇਆਰਕੀ ਵਾਸ ਇੰਟਰੋਡਿਊਸਡ ਇਨ ਇੰਡੀਆ। ਆਰਕੀ ਦਾ ਮਤਲਬ ਹੁੰਦਾ ਹੈ ਹਕੂਮਤ, ਡਾਈ ਦਾ ਮਤਲਬ ਹੁੰਦਾ ਦੋ, ਜਿਹਦੇ ਵਿੱਚ ਦੋ ਹਕੂਮਤਾਂ ਹੋਣ ਪੈਰਲਲ ਚੱਲ ਰਹੀਆਂ, ਉਹਨਾਂ ਸਿਸਟਮ ਨੂੰ ਅਸੀਂ ਡਾਇਆਰਕੀ ਆਖਦੇ ਹਾਂ। ਬਾਈਕੈਮਰਲਿਜ਼ਮ ਵੀ ਇਸ ਦੌਰ ਦੇ ਵਿੱਚ ਇੰਟਰੋਡਿਊਸ ਹੋਣ ਦੀ ਗੱਲਬਾਤ ਹੋਈ ਹੈ। ਤੇ ਡਾਇਆਰਕੀ ਜਿਹੜੀ ਹੈ ਸਾਡੇ ਕੋਲ ਡਾਇਆਰਕੀ ਜਿਹੜੀ ਹੈ ਇਸ ਦੇ ਵਿੱਚ ਇੰਟਰੋਡਿਊਸ ਹੋਈ ਹੈ, MCQ ਪਹਿਲੇ ਆ ਚੁੱਕਿਆ ਆਲਰੇਡੀ। ਇਹਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1919 ਆਇਆ, ਮੌਂਟੇਗੋ ਚੈਲਮਸਫੋਰਡ ਰਿਫਾਰਮਸ, ਇਹ ਚੱਲਣੀਆਂ ਹਨ ਫॉर ਦ ਨੈਕਸਟ 10 ਈਅਰਸ। ਯਾਨੀ ਜਿਹੜਾ ਨੈਕਸਟ ਸਾਡੇ ਕੋਲ ਕਾਨੂੰਨ ਆਏਗਾ ਉਹ ਆਏਗਾ ਕਦੋਂ? 1929 ਦੇ ਵਿੱਚ ਆਈਡੀਅਲੀ ਇਹ ਉਹਨਾਂ ਨੇ ਤੈਅ ਕੀਤਾ। ਇਹਦਾ ਜਿਹੜਾ ਬੈਕਗਰਾਊਂਡ ਹੈ ਉਹ ਸੁਣ ਲਓ। ਬੈਕਗਰਾਊਂਡ ਵਿੱਚ ਪਹਿਲੀ ਗੱਲ ਸੀ ਕਿ ਵਰਲਡ ਵਾਰ 1 ਦਾ ਖਾਤਮਾ ਹੋਇਆ 1918 ਦੇ ਵਿੱਚ। ਜਦੋਂ ਵਰਲਡ ਵਾਰ 1 ਦਾ ਖਾਤਮਾ ਹੋ ਗਿਆ 1918 ਦੇ ਵਿੱਚ, ਤੇ ਉਹਦੇ ਨਤੀਜੇ ਦੇ ਵਿੱਚ ਬਰਤਾਨੀਆ ਨੂੰ ਸ਼ਹਿ ਮਿਲ ਗਈ ਕਿ ਅਸੀਂ ਜੰਗ ਜਿੱਤ ਗਏ ਹਾਂ ਤੇ ਹੁਣ ਅਸੀਂ ਜਿਹੜਾ ਨਾ ਇੰਡੀਅਨਸ ਨੂੰ ਅਸੀਂ ਸਿੱਧਾ ਕਰ ਲੈਣਾ। ਇਹ ਜਿਹੜਾ ਉਹਨਾਂ ਦੇ ਜ਼ਿਹਨ ਵਿੱਚ ਖਿਆਲਾਤ ਆਏ ਨਾ, ਤੇ ਉਹਨਾਂ ਨੇ ਜਨਾਬ ਗਵਰਨਮੈਂਟ ਆਫ ਇੰਡੀਆ ਐਕਟ ਲੈ ਕੇ ਆਏ, ਲੇਕਿਨ ਇਸ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਵੀ ਦਿੱਤੀ, ਲੈਜਿਸਲੇਟਿਵ ਵਰਕ ਦੀ ਡਿਵੀਜ਼ਨ ਵੀ ਕੀਤੀ, ਇਹਨਾਂ ਨੇ ਪਾਵਰਸ ਅਸੈਂਬਲੀ ਵੀ ਵਧਾਈਆਂ, ਮੁਸਲਮਾਨਾਂ ਨੂੰ ਸੈਪਰੇਟ ਇਲੈਕਟੋਰੇਟ ਵੀ ਮਿਲਿਆ। ਇਹਦੇ ਵਿੱਚ ਸੈਕਟਰੀ ਆਫ ਸਟੇਟ ਦੀ ਜਿਹੜੀ ਤਨਖਾਹ ਹੈ ਉਹ ਪਹਿਲੇ ਇੰਡੀਅਨ ਖਜ਼ਾਨੇ 'ਚ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਉਹ ਵੀ ਇਸ ਦਫਾ ਬਰਤਾਨਵੀ ਖਜ਼ਾਨੇ 'ਚ ਦਿੱਤੀ ਜਾਏਗੀ। ਠੀਕ ਹੈ ਜਨਾਬ। ਕਮਿਸ਼ਨ ਜਿਹੜਾ ਨਾ 10 ਸਾਲ ਬਾਅਦ ਬਣੇਗਾ ਤੇ ਉਹ ਕੀ ਕਰੇਗਾ? ਨਵੀਂ ਹਕੂਮਤ ਵਾਸਤੇ ਨਵੇਂ ਆਇਨ ਵਾਸਤੇ ਕਰੇਗਾ। ਇਹਨਾਂ ਦੇ ਬੇਸਿਕਲੀ ਜਿਹੜਾ ਸਾਰਾ ਕੁਝ ਕਰ ਰਹੇ ਸੀ, ਇਹਦੇ ਵਾਸਤੇ ਇੱਕ ਟਰਮ ਯੂਜ਼ ਹੁੰਦੀ ਵਾਈਟ ਮੈਨ ਬਰਡਨ। ਇਹ ਆਖਦੇ ਨੇ ਕਿ ਦੁਨੀਆ ਦੇ ਜਿਤਨੇ ਲੋਕ ਹਨ ਉਹ ਜੰਗਲੀ ਜਾਹਿਲ ਹਨ ਤੇ ਅਸੀਂ ਉਹਨਾਂ ਨੂੰ ਕੀ ਕਰਨਾ ਹੈ? ਤਹਿਜ਼ੀਬ ਯਾਫਤਾ ਕਰਨਾ, ਸਿਵਲਾਈਜ਼ ਕਰਨਾ ਹੈ। ਵਾਈਟ ਮੈਨ ਦਾ ਬਰਡਨ ਹੈ। ਇਸ ਬਰਡਨ ਦੇ ਤਹਿਤ ਇਹਨਾਂ ਨੇ ਆਖਿਆ ਕਿ ਅਸੀਂ ਹੌਲੀ ਹੌਲੀ ਕਰਕੇ ਥੋੜੀਆਂ ਪਾਵਰਸ ਕਰਕੇ ਇੰਡੀਅਨਸ ਨੂੰ ਦੇਣੀਆਂ। 1909 ਵਾਲੇ ਐਕਟ ਦੇ ਵਿੱਚ ਜਿਹੜੀਆਂ ਪਾਵਰਸ ਮਿਲੀਆਂ ਉਸ ਤੋਂ ਥੋੜ੍ਹੀਆਂ ਜਿਹੀਆਂ ਇੱਕ ਸਟੈਪ ਉੱਤੇ ਪਾਵਰਸ ਮਿਲਣਗੀਆਂ 1919 ਦੇ ਵਿੱਚ। 9 ਤੋਂ ਬਾਅਦ 19 ਵਿੱਚ ਮਿਲਣਗੀਆਂ। 19 ਤੋਂ ਬਾਅਦ ਜਿਹੜਾ ਨੈਕਸਟ 1935 ਦਾ ਐਕਟ ਆਉਣਾ ਹੈ ਉਹਦੇ ਵਿੱਚ ਹੋਰ ਪਾਵਰਸ। ਉਸ ਤੋਂ ਬਾਅਦ 1947 ਵਾਲਾ ਜਿਹੜਾ ਐਕਟ ਹੈ ਉਹਦੇ ਵਿੱਚ ਫਿਰ ਸਾਰੀਆਂ ਪਾਵਰ ਮਿਲ ਜਾਂਦੀਆਂ। ਜਦੋਂ ਇਹਨਾਂ ਨੇ ਸਾਨੂੰ ਥੋੜ੍ਹੀ ਜਿਹੀ ਇੱਥੇ ਪਾਵਰ ਦਿੱਤੀਆਂ ਇੰਡੀਅਨਸ ਨੂੰ, ਕਾਂਗਰਸ ਤੇ ਮੁਸਲਿਮ ਲੀਗ ਨੇ ਉਹਦਾ ਬਾਈਕਾਟ ਕਰ ਦਿੱਤਾ। ਉਸ ਦੌਰ ਦੀ ਪੋਲੀਟੀਕਲ ਸਿਚੁਏਸ਼ਨ ਕੀ ਸੀ ਕਿ ਜਨਾਬ 1919 ਦੇ ਵਿੱਚ ਸਾਡੇ ਇੱਥੇ ਖਿਲਾਫਤ ਮੂਵਮੈਂਟ ਚੱਲ ਰਹੀ ਸੀ। ਖਿਲਾਫਤ ਮੂਵਮੈਂਟ ਜਿਹੜੀ ਸੀ ਇਹਦੇ ਵਿੱਚ ਮੁਸਲਮਾਨ ਲੀਡ ਕਰ ਰਹੇ ਹਨ, ਤੇ ਜਦੋਂ ਮੁਸਲਮਾਨ ਸਾਰੇ ਲੀਡ ਕਰ ਰਹੇ ਨੇ, ਇਤਨੀ ਵੱਡੀ ਮੋਬਿਲਾਈਜੇਸ਼ਨ ਵੇਖੀ ਤੇ ਕਾਂਗਰਸ ਵੀ ਇਨਵੋਲਵ ਹੋ ਗਈ ਕਿ ਅਸੀਂ ਇਹਨੂੰ ਕਰਨਾ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੜੇ ਹਨ ਉਹ ਗਾਂਧੀ ਜੀ ਦੇ ਬਹੁਤ ਕਰੀਬੀ ਹਨ। ਗਾਂਧੀ ਜੀ ਦੇ ਮੌਲਾਨਾ ਅਬੁਲ ਕਲਾਮ ਆਜ਼ਾਦ, ਮੌਲਾਨਾ ਮੁਹੰਮਦ ਅਲੀ ਜੋਹਰ, ਮੌਲਾਨਾ ਸ਼ੌਕਤ ਅਲੀ ਜੋਹਰ, ਇਹ ਜਿਹੜੀ ਸਾਰੀ ਦੀ ਸਾਰੀ ਪਾਰਟੀ ਸੀ ਇਹ ਪ੍ਰੋ ਖਿਲਾਫਤ ਮੂਵਮੈਂਟ ਸੀ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ, ਅਲਾਮਾ ਇਕਬਾਲ ਤੇ ਇੱਕ ਦੋ ਹੋਰ ਲੋਕ ਇਹ ਖਿਲਾਫ ਹਨ ਖਿਲਾਫਤ ਮੂਵਮੈਂਟ ਦੇ। ਲੇਕਿਨ ਸਟਿਲ ਖਿਲਾਫਤ ਮੂਵਮੈਂਟ ਇਜ਼ ਵੈਰੀ ਇੰਪੋਰਟੈਂਟ ਫॉर ਅਸ। ਪਾਕਿਸਤਾਨ ਦੀ ਹਿਸਟਰੀ ਦੇ ਵਿੱਚ ਦੋ ਕੌਮੀ ਨਜ਼ਰੀਏ ਨੂੰ ਇਹਨੇ ਬੜਾ ਖੁੱਲ੍ਹ ਕੇ ਬਾਅਦ 'ਚ ਬਿਆਨ ਕਰਨਾ ਇਸ ਖਿਲਾਫਤ ਮੂਵਮੈਂਟ ਨੇ। ਖਿਲਾਫਤ ਮੂਵਮੈਂਟ ਜਦੋਂ ਸਟਾਰਟ ਹੋਈ, ਮੀਨ ਵਾਲੇ ਤੇ ਸਾਡੇ ਇੱਕ ਅਨਰੈਸਟ ਵੀ ਆ ਗਈ। ਇਸ ਜਿਹੜੀ ਮੌਂਟੇਗੋ ਚੈਲਮਸਫੋਰਡ ਰਿਫਾਰਮਸ ਆਈਆਂ ਨੇ ਇਹਦੀ ਵਜ੍ਹਾ ਤੋਂ ਫਿਰ ਇੱਥੇ ਇੱਕ ਐਕਟ ਆਇਆ, ਉਸ ਦਾ ਨਾਮ ਸੀ ਰੌਲਟ ਐਕਟ। 1919 ਵਿੱਚ ਹੀ ਆਇਆ। ਇਹ ਦਫਾ 144 ਸੀ ਰੌਲਟ ਐਕਟ ਨਾ। ਰੌਲਟ ਐਕਟ ਦੀ ਵਜ੍ਹਾ ਤੋਂ ਕਾਇਦੇ ਆਜ਼ਮ ਨੇ ਜਿਹੜੀ ਇੰਪੀਰੀਅਲ ਕਾਉਂਸਲ ਸੀ ਉਹਦੇ ਵਿੱਚੋਂ ਅਸਤੀਫਾ ਦੇ ਦਿੱਤਾ ਸੀ एहतजाज करदियां होइयां। बाकी लोगों ने जितने तरीकेकार किए लेकिन कायदे आज़म ने सिर्फ अस्तीफा दिता सी। इस तो बाद टाइम चलता रहा। 1926 ਦੇ ਵਿੱਚ खिलाफत ही खत्म कर दी गई तो खिलाफत मूवमेंट की जरूरत ही खत्म हो गई। मुस्तफा कमाल अतातुर्क ने खिलाफत ही खत्म कर दी, लिहाजा खिलाफत मूवमेंट की लोड़ ही मुक गई। 1922 में से 24 ग्रैंड नैशनल असैंबली ने इनू खत्म कर दिता। असी 1922 ਦੇ ਵਿੱਚ ਅਸੀਂ अपनी खिलाफत मूवमेंट इतों खत्म कर दी। साढ़े जो लीडर सन मुख्तलिफ जगह चले गए। एक जनाब फलस्तीन के दफन है मौलाना शौकत अली जौहर शायद या मुहम्मद अली जौहर, दोवें चों एक फलस्तीन दफन है तो एक जोड़े ने जनाब इतने नज़रबंद सन। तो जनाब गांधी जी लीडर बने। छोरा छोरी इंसीडेंट होया जिसके थाने में अग ला दी तो जनाब लोग जो पुलिस वाले मारे गए। नॉन वायलेंट मूवमेंट से उनकी वजह तो जनाब खिलाफत मूवमेंट भी मुक गई। 1919 तो लैके ऑनवर्ड 1926 तक तकरीबन एक ठंडा जिहा माहौल रहा। 2 घंटे में तुहानूं अमृतसर वाला वाक्य भी मिलना है जिहड़ा साडा साने जुलिया वाला बाग सी। ये सारा कुछ है सी। लेकिन 1922 तो बाद साने तो लैके 1926 तक ये 4 साल से तकरीबन ठंडे रहे। 1926 ਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਦੇ ਵੀ ਜਿतने ਮੁਸਲਮਾਨ ਲੀਡਰ ਸਨ ਤੇ ਇਸ ਤੋਂ ਇਲਾਵਾ ਵੀ ਜਿਤਨੀਆਂ ਪ੍ਰੋਮੀਨੈਂਟ ਮੁਸਲਿਮ ਪਰਸਨੈਲਿਟੀਜ਼ ਸੀ ਇਹਨਾਂ ਨੇ ਮਿਲ ਕੇ ਆਪਸ ਵਿੱਚ
ਇਹ ਡਿਸਾਈਡ ਕੀਤਾ ਕਿ ਅਸੀਂ ਰਲ ਕੇ ਬਾਹਰ ਆਨੇ ਹਾਂ ਤੇ ਅਸੀਂ ਆਪਣਾ ਪਹਿਲੇ ਡਿਸਾਈਡ ਕਰ ਲਈਏ ਕਿ ਸਾਡੀਆਂ ਡਿਮਾਂਡਸ ਕੀ ਹਨ, ਤਾਂ ਕਿ ਸਾਨੂੰ ਉਹਦੇ ਵਾਸਤੇ ਜਿਹੜੀ ਅਸੀਂ ਸਟਰਗਲ ਕਰਨੀ ਉਹ ਸਟਰਗਲ ਕਰਨ ਵਾਸਤੇ ਸਾਨੂੰ ਕੀ ਹੋ ਜਾਵੇ, ਆਸਾਨੀ ਹੋ ਜਾਵੇ। ਇਹ ਜਿਹੜੀ ਡਿਮਾਂਡ ਸਨ, ਜਿਹੜੀਆਂ ਸਟਰਗਲਸ ਵਾਸਤੇ ਜਿਹੜੀ ਡਿਮਾਂਡ ਸਨ, ਇਹਨਾਂ ਡਿਮਾਂਡਸ ਨੂੰ ਨਾਂ ਦਿੱਤਾ ਗਿਆ 1926 ਦੇ ਵਿੱਚ ਦਿੱਲੀ ਦੇ ਵਿੱਚ ਇਜਲਾਸ ਹੋਇਆ। ਉਹਨਾਂ ਡਿਮਾਂਡਸ ਨੂੰ ਨਾਂ ਦਿੱਤਾ ਗਿਆ ਦਿੱਲੀ ਮੁਸਲਿਮ ਪ੍ਰਪੋਜ਼ਲਸ। ਦਿੱਲੀ ਮੁਸਲਿਮ ਪ੍ਰਪੋਜ਼ਲਸ ਦੇ ਵਿੱਚ ਬਾਕੀ ਸਾਰੀਆਂ ਡਿਮਾਂਡਸ ਹੋਏ ਹਨ ਕਿ ਸਾਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਜਾਵੇ, ਸੂਬਾਈ ਖੁਦ ਮੁਖਤਾਰੀ ਦਿੱਤੀ ਜਾਵੇ, ਸਾਡੇ ਅਲੱਗ ਸੂਬੇ ਬਣਾਏ ਜਾਵੇ ਜਨਾਬ, ਉਸ ਤੋਂ ਬਾਅਦ ਕੋਟਾ ਦਿੱਤਾ ਜਾਵੇ, ਹਰ ਚੀਜ਼ ਹੋਈ ਸੀ। ਸਿਰਫ ਇੱਕ ਚੀਜ਼ ਜਿਹੜੀ ਡਰੋਪ ਹੋਈ ਉਹ ਕੀ ਆਈ ਕਿ ਜਨਾਬ ਮੁਸਲਮਾਨਾਂ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਜਾਵੇ। ਇਹ ਚੀਜ਼ 1926 ਦੇ ਦਿੱਲੀ ਮੁਸਲਿਮ ਪ੍ਰਪੋਜ਼ਲ ਵਿੱਚ ਸ਼ਾਮਿਲ ਨਾ ਹੋ ਸਕੀ। ਮੀਨਵਾਈਲ 1927 ਦੇ ਵਿੱਚ ਇੱਥੇ ਸਾਈਮਨ ਕਮਿਸ਼ਨ ਆਇਆ। ਸਰ ਸਾਈਮਨ ਜਿਹੜਾ ਸੀ ਇਹ ਬੜਾ ਗੋਰਾ ਸੀ ਤੇ ਜਨਾਬ ਬੜਾ ਮੁਤਾਸਰ ਕਿਸਮ ਦਾ ਗੋਰਾ ਸੀ। ਇਹ ਸਮਝਦਾ ਸੀ ਕਿ ਜਨਾਬ ਅਸੀਂ ਜਿਹੜੇ ਆ ਅਸੀਂ ਇੰਡੀਆ ਦੇ ਉੱਤੇ ਹੁਕਮਰਾਨੀ ਕਰਕੇ ਇੰਡੀਅਨਸ ਦੇ ਉੱਤੇ ਬੜਾ ਅਹਿਸਾਨ ਕਰ ਰਹੇ ਹਾਂ। ਉਹ ਜਿਹੜਾ ਵਾਈਟ ਮੈਨ ਬਰਡਨ ਵਾਲੀ ਗੱਲ ਕੀਤੀ ਕਿ ਅਸੀਂ ਇੰਡੀਅਨਸ ਨੂੰ ਸਿਵਲਾਈਜ਼ ਕਰ ਰਹੇ ਹਾਂ। ਇਹ ਜਿਹੜਾ ਇੰਡੀਅਨਸ ਤੇ ਅਹਿਸਾਨ ਤੇ ਇੰਡੀਅਨਸ ਨੂੰ ਸਿਵਲਾਈਜ਼ ਕਰਨ ਵਾਲੀ ਗੱਲ ਸੀ ਨਾ, ਇਹ ਜਦੋਂ ਉਤਰਿਆ ਇੱਥੇ ਆ ਕੇ ਸ਼ਿਪ ਨੇ ਡੌਕ ਕੀਤਾ, ਇੱਥੇ ਰੁਕਿਆ ਤੇ ਜਨਾਬ ਮੁਸਲਮਾਨਾਂ, ਸਿੱਖਾਂ, ਹਿੰਦੂਆਂ ਸਾਰੇ ਮਿਲ ਕੇ ਇੱਕ ਮੁਜ਼ਾਹਰਾ ਕੀਤਾ ਇਹਦੇ ਖਿਲਾਫ ਤੇ ਨਾਰੇ ਲਾਏ ਗੋ ਸਾਈਮਨ ਗੋ ਬੈਕ, ਸਾਈਮਨ ਗੋ ਬੈਕ ਦੇ ਨਾਰੇ। ਇਸ ਨੂੰ ਬੜੀ ਤਪ ਚੜੀ। ਹਾਲਾਂਕਿ ਜ਼ਿੰਮੇ ਸੀ ਕਿ ਸਾਹਮਣੇ ਇਸ ਨੇ ਕਾਂਗਰਸ ਨੂੰ, ਮੁਸਲਿਮ ਲੀਗ ਨੂੰ, ਸਿੱਖਾਂ ਦੀਆਂ ਪਾਰਟੀਆਂ ਨੂੰ, ਯੂਨੀਨਿਸਟ ਪਾਰਟੀ ਨੂੰ, ਜਿਤਨੀਆਂ ਵੀ ਪਾਰਟੀਆਂ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਤੇ ਉਹਨਾਂ ਤੋਂ ਮਿਲਾ ਕੇ ਤੇ ਇੱਕ ਮੁਸਵਦਾ ਤਿਆਰ ਕਰਨਾ ਜਿਹੜਾ ਸਾਡਾ ਅਗਲਾ ਆਈਨ ਬਣੇਗਾ। ਇਸ ਨੇ ਉੱਥੇ ਖੜੇ ਹੋ ਕੇ ਐਲਾਨ ਕੀਤਾ ਕਿ ਜਨਾਬ ਤੁਸੀਂ ਜੋ ਮਰਜ਼ੀ ਕਰ ਲਓ, ਆਪਸ ਵਿੱਚ ਮਿਲ ਕੇ ਮੁੱਤਫਿਕ ਹੋ ਕਿ ਮੈਂ ਤੁਹਾਨੂੰ ਕਰਕੇ ਦੇਣਾ, ਤੁਸੀਂ ਜਿਹੜੇ ਹੋ ਕਿਸੇ ਵੀ ਕੰਮ ਦੇ ਨਹੀਂ ਹੋ। ਇੰਡੀਅਨਸ ਨੇ ਨਾਲ 5-7 ਗਾਲਾਂ ਵੀ ਕੱਢੀਆਂ ਜਿਹਨੇ ਆਖਿਆ ਕਿ ਜਨਾਬ ਇੰਡੀਅਨਸ ਕਿਸੇ ਕੰਮ ਦੇ ਨਹੀਂ, ਤੁਸੀਂ ਕੀ ਕਰਨਾ ਹੈ ਆਪਸ ਵਿੱਚ ਬਹਿ ਕੇ ਇੱਕ ਸਾਨੂੰ ਮੁਸਵਦਾ ਤਿਆਰ ਕਰਕੇ ਦੇ ਦਿਓ, ਉਹਨੂੰ ਮੈਂ ਬਰਤਾਨਵੀ ਪਾਰਲੀਮੈਂਟ ਕੋਲੋਂ ਮੈਂ ਮਨਜ਼ੂਰ ਕਰਾ ਕੇ ਦੇਵਾਂਗਾ। ਜਨਾਬ 1928 ਦੇ ਵਿੱਚ ਪੰਡਿਤ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਦਾ ਅੱਬਾ ਹੀ ਮੇਰੇ ਖਿਆਲ ਨਾਲ, ਉਹ ਮੋਤੀ ਲਾਲ ਨਹਿਰੂ ਨੇ ਆਪਣੀ ਰਿਪੋਰਟ ਦਿੱਤੀ। ਉਸ ਰਿਪੋਰਟ ਦੇ ਅੰਦਰ ਉਹਨੇ ਜਨਾਬ ਹੱਲ ਦਿੱਤਾ ਕਿ ਜਨਾਬ ਇਸ ਰਿਪੋਰਟ ਦੇ ਮੁਤਾਬਿਕ ਜਿਹੜਾ ਸਾਡਾ ਨਵਾਂ ਆਈਨ ਲਿਆਉਣਾ, ਜਿਹੜਾ ਨਵਾਂ ਐਕਟ ਲਿਆਉਣਾ ਹੈ ਉਹ ਜਨਾਬ ਇਸ ਰਿਪੋਰਟ ਦੇ ਮੁਤਾਬਿਕ ਚੱਲੇਗਾ। 1928 ਵਿੱਚ ਜਿਹਨੂੰ ਅਸੀਂ ਆਖਦੇ ਹਾਂ ਨਹਿਰੂ ਰਿਪੋਰਟ। ਨਹਿਰੂ ਰਿਪੋਰਟ ਦੇ ਵਿੱਚ ਦਿੱਲੀ ਮੁਸਲਿਮ ਪ੍ਰਪੋਜ਼ਲਸ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਲਿਹਾਜ਼ਾ ਉਹਨਾਂ ਨੇ ਸੋਚਿਆ ਕਿ ਮੁਸਲਮਾਨਾਂ ਦੇ ਪ੍ਰਪੋਜ਼ਲ ਵੀ ਸ਼ਾਮਿਲ ਹੋ ਗਏ ਨੇ, ਕਾਂਗਰਸ ਨੇ ਵਿੱਚ ਆਪਣੇ ਵੀ ਜਿਹੜੇ ਉਲਝ ਫਰਾਈ ਕਰਨੇ ਹਨ ਕਰ ਦਿੱਤੇ ਨੇ, ਤੇ ਨਤੀਜਾ ਉਹਨਾਂ ਕੀ ਕੱਢਿਆ ਇਸ ਸਾਰੀ ਗੱਲ ਦੇ ਵਿੱਚ ਕਿ ਅਸੀਂ ਇਹ ਜਿਹੜੀ ਰਿਪੋਰਟ ਹੈ ਇਹ ਬੜੀ ਜਾਮੇ ਕਿਸਮ ਦੀ ਰਿਪੋਰਟ ਹੈ, ਇਸ ਰਿਪੋਰਟ ਨੂੰ ਤੁਸੀਂ ਕੀ ਕਰਨਾ ਹੈ ਆਇਨ ਦਾ ਹਿੱਸਾ ਬਣਾ ਦਿਓ, ਇਹਦੇ ਮੁਤਾਬਿਕ ਤੁਸੀਂ ਆਇਨ ਬਣਾ ਕੇ ਦਿਓ ਸਾਨੂੰ। ਲੇਕਿਨ 1929 ਦੇ ਵਿੱਚ ਕਾਇਦੇ ਆਜ਼ਮ ਨੇ ਸੈਪਰੇਟ ਇਲੈਕਟੋਰੇਟ ਨੂੰ ਸ਼ਾਮਿਲ ਕਰਕੇ ਆਪਣੇ 14 ਨਿਕਾਤ ਦੇ ਦਿੱਤੇ। 14 ਨਿਕਾਤ ਤੁਸੀਂ ਪੜ੍ਹਨੇ ਨੇ, MCQ ਵਿੱਚ ਆ ਸਕਦੇ ਨੇ ਤੇ ਵੈਸੇ ਵੀ ਜਿਹੜਾ ਨਾ ਸਬਜੈਕਟਿਵ ਦੇ ਵਿੱਚ ਵੀ ਆ ਸਕਦੇ ਨੇ। 14 ਨਿਕਾਤ, ਉਹ 14 ਨਿਕਾਤ ਜਿਹੜੇ ਦਿੱਤੇ, ਉਹ 14 ਨਿਕਾਤ ਜਿਹੜੇ ਸਾਨੂੰ ਫਰਵਰੀ ਜਾਂ ਮਾਰਚ ਵਿੱਚ ਉਹਨਾਂ ਦਿੱਤੇ ਨੇ। ਤੇ ਉਸ ਤੋਂ ਬਾਅਦ 1930 ਦੇ ਵਿੱਚ ਜਿਹੜਾ ਸਾਲਾਨਾ ਇਜਲਾਸ ਹੋਇਆ ਹੈ ਮੁਸਲਿਮ ਲੀਗ ਦਾ, ਉਹ ਹੋਇਆ ਇਲਾਹਾਬਾਦ ਦੇ ਵਿੱਚ। ਉਸ ਟਾਈਮ ਮੁਸਲਿਮ ਲੀਗ ਦੇ ਸਦਰ ਹਨ ਅਲਾਮਾ ਇਕਬਾਲ। ਅਲਾਮਾ ਇਕਬਾਲ ਜਿਹੜਾ ਸਤਾਰਤੀ ਖੁਤਬਾ, ਇਹ ਅੱਛਾ ਜਿਹੜੇ ਸਦਰ ਸਿਲੈਕਟ ਹੁੰਦੇ ਸਨ ਆਮ ਤੌਰ ਤੇ 1 ਸਾਲ ਵਾਸਤੇ ਸਿਲੈਕਟ ਹੁੰਦੇ ਹਨ। ਕੋਈ ਵੀ ਬੰਦਾ 1 ਸਾਲ ਵਾਸਤੇ ਸਦਰ ਬਣੇਗਾ, ਮੁਸਲਿਮ ਲੀਗ ਦੇ ਵੀ ਕਾਂਗਰਸ ਦੇ ਵੀ। ਲੇਕਿਨ ਜਿਨ੍ਹਾਂ ਜਿਹੜੇ ਅਲਾਮਾ ਇਕਬਾਲ ਸਨ ਇਹ ਬਾਰ-ਬਾਰ ਸਿਲੈਕਟ ਹੋ ਰਹੇ ਹਨ। 1930 ਦੇ ਵਿੱਚ ਜਦੋਂ ਇਹਨਾਂ ਨੇ ਸਤਾਰਤੀ ਖੁਤਬਾ ਦਿੱਤਾ, ਖੁਤਬਾ ਇਲਾਹਾਬਾਦ ਜਿਹਨੂੰ ਆਖਦੇ ਨੇ, ਉਹਦੇ ਵਿੱਚ ਇਹਨਾਂ ਡਿਸਾਈਡ ਕੀਤਾ ਕਿ ਜਨਾਬ ਜਿਹੜੇ ਸਾਡੇ ਹਾਲਾਤੋਂ ਵਾਕਿਆਤ ਹਨ, ਮਾਮਲਾਤ ਹਨ, ਇਹਨਾਂ ਦੇ ਮੁਤਾਬਿਕ ਭਾਵੇਂ ਸਾਨੂੰ ਇੰਡੀਆ ਦੇ ਅੰਦਰ ਰੱਖੋ ਤੇ ਭਾਵੇਂ ਸਾਨੂੰ ਇੰਡੀਆ ਤੋਂ ਬਾਹਰ ਕੱਢੋ ਤੇ ਅਲੱਗ ਮੁਲਕ ਬਣਾ ਕੇ ਦਿਓ, ਭਾਵੇਂ ਸਾਨੂੰ ਬਰਤਾਨੀਆ ਦੇ ਅੰਡਰ ਰੱਖੋ, ਭਾਵੇਂ ਸਾਨੂੰ ਬਰਤਾਨੀਆ ਤੋਂ ਬਾਹਰ ਕੱਢੋ, ਆਜ਼ਾਦ ਕਰੋ, ਸਾਨੂੰ ਅਲੱਗ ਮੁਲਕ ਬਣਾ ਕੇ ਦਿਓ। ਉਸ ਤੋਂ ਬਾਅਦ ਇਹਨੇ ਖੁਤਬਾ ਇਲਾਹਾਬਾਦ, ਉਹਦੇ ਵਿੱਚ ਉਹਨਾਂ ਡਿਸਾਈਡ ਕੀਤਾ ਜਿਹੜਾ ਸਾਡਾ ਪ੍ਰੈਜ਼ੈਂਟ ਡੇ ਪਾਕਿਸਤਾਨ ਹੈ ਇਹਨਾਂ ਇਲਾਕਿਆਂ ਨੂੰ ਮਿਲਾ ਕੇ ਇੱਕ ਨਵਾਂ ਮੁਲਕ ਬਣਾਇਆ ਜਾਏ ਤੇ ਉਹਦੇ ਅੰਦਰ ਸਾਨੂੰ ਡੋਮੀਨੀਅਨ ਦਾ ਦਰਜਾ ਦਿੱਤਾ ਜਾਏ, ਸਾਨੂੰ ਜਿਹੜਾ ਨਾ ਆਪਣੇ ਮਾਮਲਾਤ ਦੇ ਵਿੱਚ ਖੁਦ ਮੁਖਤਾਰੀ ਦਿੱਤੀ ਜਾਵੇ। ਇਹ ਜਨਾਬ ਪਹਿਲੀ ਦਫਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਮੁਸਲਿਮ ਲੀਗ ਨੇ ਖੁੱਲ੍ਹਮ ਖੁੱਲ੍ਹਾ ਅਲੱਗ ਮੁਲਕ ਦੀ ਡਿਮਾਂਡ ਕੀਤੀ ਹੈ ਜਾਂ ਅਲੱਗ ਐਡਮਿਨਿਸਟ੍ਰੇਟਿਵ ਯੂਨਿਟ ਦੀ ਡਿਮਾਂਡ ਕੀਤੀ ਹੈ। ਉਹ ਕਦੋਂ ਡਿਮਾਂਡ ਕੀਤੀ ਉਹਨਾਂ ਨੇ? 1930 ਦੇ ਵਿੱਚ ਖੁਤਬਾ ਇਲਾਹਾਬਾਦ ਦੇ ਵਿੱਚ। ਮੀਨਵਾਈਲ ਜਦੋਂ ਉੱਥੇ ਹਕੂਮਤ ਸੀ ਉਹ ਸੀ ਕੰਜ਼ਰਵੇਟਿਵ ਪਾਰਟੀ ਦੀ। ਲੰਡਨ ਦੇ ਵਿੱਚ ਬਰਤਾਨੀਆ ਦੇ ਵਿੱਚ ਜਿਹੜੀ ਹਕੂਮਤ ਸੀ ਉਹ ਕੰਜ਼ਰਵੇਟਿਵ ਪਾਰਟੀ ਦੀ ਸੀ। ਉਹਨਾਂ ਨੇ ਆਖਿਆ ਕਿ ਜਨਾਬ ਕਾਂਗਰਸ, ਮੁਸਲਿਮ ਲੀਗ ਤੇ ਜਿਤਨੀਆਂ ਇੱਥੇ ਰਿਆਸਤਾਂ ਹਨ, ਚਾਹੇ ਉਹ ਬਹਾਵਲਪੁਰ ਰਿਆਸਤ ਹੈ, ਖੈਰਪੁਰ ਰਿਆਸਤ ਹੈ, ਸਵਾਤ ਰਿਆਸਤ ਹੈ, ਹੋਰ ਜਨਾਬ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਹੈ, ਇਹਨਾਂ ਰਿਆਸਤਾਂ ਦੇ ਰਿਪਰੈਜ਼ੈਂਟੇਟਿਵ
ਜਿਤਨੀਆਂ ਵੀ ਛੋਟੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਰਿਪਰੈਜ਼ੈਂਟੇਟਿਵ, ਤੇ ਫਿਰ ਇੱਕ ਟਰਮ ਯੂਜ਼ ਹੁੰਦੀ ਐਂਗਲੋ ਇੰਡੀਅਨਸ। ਐਂਗਲੋ ਇੰਡੀਅਨਸ ਉਹ ਲੋਕ ਹੁੰਦੇ ਜਿਨ੍ਹਾਂ ਦੇ ਮਾਂ ਜਾਂ ਪਿਓ ਦੇ ਵਿੱਚੋਂ ਕੋਈ ਇੱਕ ਬੰਦਾ ਇੰਡੀਅਨ ਹੁੰਦਾ ਤੇ ਇੱਕ ਬੰਦਾ ਬਰਤਾਨਵੀ ਹੁੰਦੇ, ਉਹਨਾਂ ਨੂੰ ਐਂਗਲੋ ਇੰਡੀਅਨਸ ਆਉਂਦੇ। ਉਹਨਾਂ ਦੇ ਵੀ ਕਮਿਊਨਿਟੀ ਹੈ। ਤੁਹਾਨੂੰ ਪਤਾ ਜਿਹੜਾ ਆਸਟ੍ਰੇਲੀਆ ਦੀ ਸਾਰੀ ਤਰੱਕੀ ਹੋਈ ਹੈ ਇਹ ਕਿਸ ਕੀਤੀ ਹੈ? ਇਹ ਜਿਹੜੇ ਆਸਟ੍ਰੇਲੀਆ ਦੀ ਤਰੱਕੀ ਹੈ ਇਹ ਸਾਰੀ ਦੀ ਸਾਰੀ ਐਂਗਲੋ ਇੰਡੀਅਨਸ ਨੇ ਕੀਤੀ ਹੈ। ਇੱਥੋਂ ਭਰਤੀ ਕਰਕੇ ਲੈ ਜਾਂਦੇ ਹੁੰਦੇ ਆਸਟ੍ਰੇਲੀਆ, ਕਿਉਂਕਿ ਆਸਟ੍ਰੇਲੀਆ ਦੀ ਵੀ ਬਰਤਾਨਵੀਆਂ ਦੀ ਹੁਕੂਮਤ ਆਈ ਤੇ ਉਹਨਾਂ ਨੇ ਕੀਤੀ। ਐਂਗਲੋ ਇੰਡੀਅਨਸ ਇੱਕ ਬਹੁਤ ਵੱਡਾ ਸਾਡੇ ਇੱਥੇ ਐਥਨਿਕ ਗਰੁੱਪ ਤਸ਼ਕੀਲ ਪਾਇਆ ਸੀ, ਜਿਨ੍ਹਾਂ ਦੇ ਮਾਂ ਜਾਂ ਪਿਓ ਜੋ ਕੋਈ ਇੱਕ ਬੰਦਾ ਅੰਗਰੇਜ਼ ਹੁੰਦਾ ਹੀ ਉਹਨਾਂ ਨੂੰ ਅਸੀਂ ਐਂਗਲੋ ਇੰਡੀਅਨ ਆਖਦੇ ਸੀ। ਐਂਗਲੋ ਇੰਡੀਅਨਸ ਦੇ ਨੁਮਾਇੰਦੇ ਵੀ ਉੱਥੇ ਪਹੁੰਚ ਗਏ ਨੇ, ਸਿੱਖਾਂ ਦੇ ਨੁਮਾਇੰਦੇ ਵੀ ਪਹੁੰਚ ਗਏ ਨੇ, ਹਿੰਦੂ, ਪਾਰਸੀ, ਬੁੱਧ ਮਤ, ਜਨਾਬ ਅੰਬੇਦਕਰ ਸਾਹਿਬ ਤੁਹਾਡੇ ਹਨ, ਕੀ ਨਾਮ ਇਹਨਾਂ ਦਾ, ਅਛੂਤ ਜਿਹੜੇ ਦਲਿਤਸ, ਇਹਨਾਂ ਦੇ ਨੁਮਾਇੰਦੇ ਵੀ ਪਹੁੰਚ ਗਏ, ਸਾਰੇ ਉੱਥੇ ਬਹਿ ਗਏ। ਲੇਕਿਨ ਜਿਹੜੇ ਵੱਡੇ ਸਟੇਕ ਹੋਲਡਰ ਸੀ ਉਹ ਸਨ 4 ਇਹਦੇ ਵਿੱਚ। ਇੱਕ ਕਿਹੜਾ ਸੀ ਸਟੇਕ ਹੋਲਡਰ? ਕੰਜ਼ਰਵੇਟਿਵ ਪਾਰਟੀ ਆਫ ਬਰਤਾਨੀਆ, ਦੂਸਰੀ ਲਿਬਰਲ ਪਾਰਟੀ ਆਫ ਬਰਤਾਨੀਆ, ਲਿਬਰਲ ਲੇਬਰ ਪਾਰਟੀ ਆਫ ਬਰਤਾਨੀਆ, ਤੀਸਰਾ ਕਿਹੜਾ ਰਿਪਰੈਜ਼ੈਂਟੇਟਿਵ ਸੀ? ਕਾਂਗਰਸ, ਤੇ ਚੌਥਾ ਮੁਸਲਿਮ ਲੀਗ। ਰਾਉਂਡ ਟੇਬਲ ਕਾਨਫਰੰਸ ਉੱਥੇ ਹੋਈ, ਉਸ ਕਾਨਫਰੰਸ ਦਾ ਬਾਈਕਾਟ ਕੀਤਾ ਕਾਂਗਰਸ ਨੇ। ਜਦੋਂ ਕਾਂਗਰਸ ਨੇ ਰਾਉਂਡ ਟੇਬਲ ਕਾਨਫਰੰਸ 1 ਦਾ ਬਾਈਕਾਟ ਕੀਤਾ, ਉਹਦਾ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਦੇ ਬਾਈਕਾਟ ਕਰਨ ਦੀ ਵਜ੍ਹਾ ਤੋਂ ਕਾਂਗਰਸ ਵੀ ਇੱਕ ਲਿਬਰਲ ਤੇ ਸੈਕੂਲਰ ਪਾਰਟੀ ਸੀ। ਇਸੇ ਤਰ੍ਹਾਂ ਹੀ ਜਿਹੜੀ ਲੇਬਰ ਪਾਰਟੀ ਆਫ ਬਰਤਾਨੀਆ, ਜਿਹਦੇ ਅੱਜ ਕੱਲ੍ਹ ਸਰਬਰਾਹ ਦਾ ਨਾਂ ਕੀ ਹੈ? ਜੈਮੀ ਕਾਰਬਨ ਨਾਂ ਹੈ ਕਿ ਨਾਂ? ਜਰਮੀ ਕਾਰਬਨ, ਜਿਹੜਾ ਜੋ ਵੀ ਨਾਂ ਉਹਦਾ, ਇਹ ਅੱਜ ਕੱਲ੍ਹ ਉਹਦਾ ਲੀਡਰ ਹੈ। ਇਸ ਪਾਰਟੀ ਨੇ ਉਸ ਟਾਈਮ ਤੇ ਕਾਂਗਰਸ ਦੀ ਹਮਾਇਤ ਦੇ ਵਿੱਚ ਇਹ ਐਲਾਨ ਕੀਤਾ ਕਿ ਅਸੀਂ ਵੀ ਇਹਦਾ ਬਾਈਕਾਟ ਕਰਨੇ ਆ। ਵਿਦਆਊਟ ਦਾ ਇਨਵੋਲਵਮੈਂਟ ਆਫ ਕਾਂਗਰਸ ਇਟ ਵਿਲ ਬੀ ਅਨਫੇਅਰ ਟੂ ਡਿਸਾਈਡ ਦਾ ਫਿਊਚਰ ਆਫ ਇੰਡੀਆ। ਮਸਲਾ ਕੀ ਸੀ? ਮਸਲਾ ਇਹ ਸੀ ਕਿ ਜਨਾਬ ਗਾਂਧੀ ਸਾਹਿਬ ਨੂੰ ਹਾਊਸ ਅਰੈਸਟ ਕੀਤੀ ਹੋਈ ਸੀ। ਮੋਹਨਦਾਸ ਕਰਮਚੰਦ ਗਾਂਧੀ ਸਾਹਿਬ ਨੂੰ ਹਾਊਸ ਅਰੈਸਟ ਕੀਤੀ ਹੋਈ ਸੀ, ਘਰ 'ਚ ਨਜ਼ਰਬੰਦ ਕੀਤਾ ਹੋਇਆ। ਇਹ ਜਿਹੜਾ ਘਰ 'ਚ ਨਜ਼ਰਬੰਦ ਕੀਤਾ ਹੋਇਆ ਉਹਦੀ ਵਜ੍ਹਾ ਤੋਂ ਉਸ ਦੀ ਵਜ੍ਹਾ ਤੋਂ ਕੀ ਹੋਇਆ ਕਿ ਜਨਾਬ ਸਾਡੇ ਇੱਥੇ ਗਵਰਨਰ ਜਨਰਲ ਜਿਸ ਸੀ ਉਹਦਾ ਨਾਮ ਸੀ ਲਾਰਡ ਇਰਵਿਨ। ਲਾਰਡ ਇਰਵਿਨ ਨੂੰ ਉੱਥੋਂ ਬਰਤਾਨੀਆ ਵਾਲੀ ਗਵਰਨਮੈਂਟ ਨੇ ਖਤ ਲਿਖਿਆ ਕਿ ਜਿਵੇਂ ਵੀ ਹੈ ਗਾਂਧੀ ਨੂੰ ਮਨਾ ਕੇ ਤੇ ਲੰਡਨ ਭੇਜ ਕਿ ਅਸੀਂ ਰਾਉਂਡ ਟੇਬਲ ਕਾਨਫਰੰਸ 2 ਦੇ ਵਿੱਚ ਚਾਹੁੰਦੇ ਹਾਂ ਕਿ ਗਾਂਧੀ ਮੌਜੂਦ ਹੋਵੇ, ਕਾਂਗਰਸ ਦੀ ਮੌਜੂਦਗੀ ਹੋਵੇ। ਗਾਂਧੀ ਕੋਲ ਆਇਆ ਜਨਾਬ ਲਾਰਡ ਇਰਵਿਨ। ਗਾਂਧੀ ਨੇ ਆਖਿਆ ਜੀ ਮੈਂ ਤੇ ਜਾਣੀ ਕੋਈ ਨਹੀਂ, ਤੁਸੀਂ ਜੋ ਕਰਨਾ ਕਰ ਲਓ, ਮੈਂ ਨਹੀਂ ਜਾਂਦਾ। ਉਹਨੇ ਆਖਿਆ ਜਨਾਬ ਇੰਝ ਤਾਂ ਨਹੀਂ ਕਰੋ, ਤੁਸੀਂ ਸਿਆਸੀ ਲੀਡਰ ਹੋ, ਸਿਆਸਤ ਦਾ ਮੁਫਾਹਮਤ ਦਾ ਰਸਤਾ ਕੱਢੋ। ਉਹਨੇ ਆਖਿਆ ਗਾਂਧੀ ਨੇ ਮੈਨੂੰ ਲਿਖ ਕੇ ਦਿਓ ਕਿ ਤੁਸੀਂ ਇੰਡੀਆ ਨੂੰ ਰਾਉਂਡ ਟੇਬਲ ਕਾਨਫਰੰਸ ਤੋਂ ਬਾਅਦ ਡੋਮੀਨੀਅਨ ਸਟੇਟਸ ਦੇ ਕੇ ਆਜ਼ਾਦ ਕਰ ਦਿਓ। ਇਹਨੇ ਕਿਹਾ ਜੀ ਲਿਖ ਲੈਂਦੇ ਆ। ਇਹਨਾਂ ਦੇ ਰਿਟਨ ਐਗਰੀਮੈਂਟ ਸਾਈਨ ਹੋਇਆ ਬਿਟਵੀਨ ਇਰਵਿਨ ਐਂਡ ਗਾਂਧੀ, ਜਿਹਨੂੰ ਆਖਦੇ ਨੇ ਗਾਂਧੀ ਇਰਵਿਨ ਪੈਕਟ 1930। ਉੱਥੋਂ ਖੈਰ ਗਾਂਧੀ ਸਾਹਿਬ ਨੂੰ ਉਹਨਾਂ ਬਿਠਾਇਆ ਕਿ ਕਿਹਾ ਜੀ ਲੰਡਨ ਜਾਓ। ਗਾਂਧੀ ਸਾਹਿਬ ਲੰਡਨ ਚਲੇ ਗਏ। ਉੱਥੇ ਹੋਈ ਰਾਉਂਡ ਟੇਬਲ ਕਾਨਫਰੰਸ 2। ਰਾਉਂਡ ਟੇਬਲ ਕਾਨਫਰੰਸ 2 ਦੇ ਅੰਦਰ ਜਿਹੜੀ ਡਿਬੇਟ ਸੀ ਦੈਟ ਵਾਸ ਬਿਟਵੀਨ ਅਲਾਮਾ ਇਕਬਾਲ ਐਂਡ ਗਾਂਧੀ। ਗਾਂਧੀ ਸਾਹਿਬ ਦਾ ਮੌਕਫ ਇਹ ਸੀ ਕਿ ਜਿਹੜੀ ਕੌਮ ਹੈ, ਜਿਹੜਾ ਲਫ਼ਜ਼ ਕੌਮ ਅਸੀਂ ਕਹੀਦਾ, ਕੌਮ ਬਣਦੀ ਹੈ ਇਲਾਕੇ ਦੇ ਨਾਲ, ਤੇ ਇੰਡੀਅਨ ਜਿਤਨੇ ਵੀ ਨੇ ਇੱਕ ਕੌਮ ਹੈ, ਜਿਤਨੇ ਵੀ ਲੋਕ ਹਨ ਇੰਡੀਅਨਸ ਇੱਕ ਕੌਮ ਹੈ। ਅਲਾਮਾ ਇਕਬਾਲ ਦਾ ਮੌਕਫ ਹੈ ਕਿ ਨਹੀਂ, ਜਿਹੜਾ ਇੰਡੀਆ ਹੈ ਇਹ ਇੱਕ ਬਰਰੇ ਆਜ਼ਮ ਹੈ, ਇੱਕ ਬਰਰੇ ਸਗੀਰ ਹੈ, ਜਿਹਨੂੰ ਬਰਰੇ ਸਗੀਰ ਆਖਦੇ ਨੇ। ਬੇਸਿਕਲੀ ਬਰਰੇ ਆਜ਼ਮ ਹੋਣਾ ਲਫ਼ਜ਼ ਯੂਜ਼ ਕੀਤਾ, ਇੰਡੀਅਨ ਕੰਟੀਨੈਂਟ ਵਰਡ ਯੂਜ਼ ਕੀਤਾ। ਇਹ ਜਿਹੜਾ ਇਹਦੇ ਉੱਤੇ ਮਲਟੀਪਲ ਨੇਸ਼ਨਸ ਐਗਜ਼ਿਸਟ ਕਰਦੀਆਂ ਤੇ ਸਾਰੀਆਂ ਜਿਹੜੀਆਂ ਨੇਸ਼ਨਸ ਹਨ ਉਹ ਖੁਦ ਮੁਖਤਾਰ ਹਨ। ਉਸ ਦੌਰ ਦੇ ਵਿੱਚ ਦੁਨੀਆ ਦੇ ਅੰਦਰ ਇੱਕ ਮੂਵਮੈਂਟ ਚੱਲ ਰਹੀ ਸੀ ਕਿ ਜਿਤਨੀਆਂ ਵੀ ਰਿਆਸਤਾਂ ਨੇ, ਕੌਮਾਂ ਨੇ, ਉਹਨਾਂ ਵਾਸਤੇ ਇੱਕ ਮੁਲਕ ਹੋਣਾ ਚਾਹੀਦਾ। ਇਹ ਨਜ਼ਰੀਆ ਕਿਸ ਦਾ ਸੀ? ਵੁਡਰੋ ਵਿਲਸਨ ਦਾ, ਜਿਹੜਾ ਅਮਰੀਕਾ ਦਾ ਸਦਰ ਹੈ ਨਾ, ਉਹਦਾ ਨਜ਼ਰੀਆ ਕਿ ਜਿਤਨੀਆਂ ਕੌਮਾਂ ਉਤਨੇ ਮੁਲਕ। ਜਦੋਂ ਇਤਨੀਆਂ ਕੌਮਾਂ ਉਤਨੇ ਮੁਲਕ ਹੋ ਜਾਣਗੇ ਤੇ ਉਦੋਂ ਦੁਨੀਆ 'ਚ ਅਮਨ ਆ ਜਾਏਗਾ। ਇਹ ਨਜ਼ਰੀਆ ਕਿਸ ਦਾ ਹੀ? ਵੁਡਰੋ ਵਿਲਸਨ ਦਾ। 1919 ਦੇ ਜਿਹੜੇ 14 ਨਕਾਤ ਹਨ ਨਾ, ਜਿਹੜੀ ਉਹ ਟ੍ਰੀਟੀ ਆਫ ਵਰਸੇਲਜ਼ ਹੋਈ ਹੈ, ਉਹਦਾ ਵੀ ਇਹ ਨਜ਼ਰੀਆ ਸੀ। ਤੇ ਇਸ ਨਜ਼ਰੀਏ ਨੂੰ ਸਾਹਮਣੇ ਰੱਖਦੇ, ਕਿਉਂਕਿ ਵਰਲਡ ਵਾਈਡ ਐਕਸੈਪਟਡ ਨਜ਼ਰੀਆ, ਜਿਸ ਤਰ੍ਹਾਂ ਅੱਜਕੱਲ ਡੈਮੋਕ੍ਰੇਸੀ ਵਰਲਡ ਵਾਈਡ ਐਕਸੈਪਟਡ ਨਜ਼ਰੀਆ, ਅਸੀਂ ਕਿਸੇ ਨੂੰ ਤਾਨਾ ਦੇਣਾ ਹੋਇਆ ਕਿਸੇ ਮੁਲਕ ਨੂੰ ਤੇ ਅਸੀਂ ਕਹਿੰਦੇ ਕਿ ਜੀ ਡੈਮੋਕ੍ਰੇਟਿਕ ਹੈ। ਮੋਦੀ ਨੂੰ ਜਦੋਂ ਅਸੀਂ ਫਾਸ਼ਿਸਟ ਜਾਂ ਹਿਟਲਰ ਆਦੇ ਹਾਂ ਤੇ ਇਸ ਲਈ ਆਦੇ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਫਾਸ਼ਿਜ਼ਮ ਤੇ ਕਮਿਊਨਿਜ਼ਮ ਦੇ ਇਹਨਾਂ ਦੇ ਖਿਲਾਫ ਹੈ, ਨਾਜ਼ੀਜ਼ਮ ਦੇ ਖਿਲਾਫ ਹੈ। ਲਿਹਾਜ਼ਾ ਦੁਨੀਆ ਦੇ ਇਸ ਟਾਈਮ ਜਿਹੜਾ ਮੋਸਟ ਐਕਸੈਪਟਡ ਨਜ਼ਰੀਆ ਹੈ ਉਹ ਡੈਮੋਕ੍ਰੇਸੀ ਹੈ। ਉਦੋਂ ਕਿਹੜਾ ਨਜ਼ਰੀਆ ਸੀ? ਨੇਸ਼ਨ ਸਟੇਟ ਸਿਸਟਮ। ਤੇ ਨੇਸ਼ਨ ਸਟੇਟ ਸਿਸਟਮ ਬਣਾਉਣ ਵਾਸਤੇ ਇਹ ਡਿਸਾਈਡ ਹੋਇਆ ਦਰਮਿਆਨ ਇਹ ਜਨਾਬ ਇੱਕ ਪਾਸੇ ਗਾਂਧੀ ਸਾਹਿਬ ਤੇ ਦੂਸਰੇ ਪਾਸੇ ਇਕਬਾਲ ਸਾਹਿਬ, ਫਿਲੋਸਫਿਕਲੀ ਇਹਨਾਂ ਦੀ ਗੁੱਥੀ ਅਟਕ ਗਈ ਕਿ ਜਨਾਬ ਮੁਸਲਮਾਨ ਜਾਂ ਹਿੰਦੂ, ਸਿੱਖ, ਪਾਰਸੀ, ਅਲੱਗ ਅਲੱਗ ਕੌਮਾਂ ਨੇ, ਇਹ ਇੱਕ ਕੌਮ ਹੈ।
ਤੇ ਜਿਨ੍ਹਾਂ ਅਲਾਮਾ ਇਕਬਾਲ ਨੇ ਉੱਥੇ ਆਪਣੀਆਂ ਦਲੀਲਾਂ ਦੇ ਨਾਲ ਇਹ ਸਾਬਿਤ ਕੀਤਾ ਕਿ ਮੁਸਲਮਾਨ ਤੇ ਹਿੰਦੂ ਦੋ ਅਲੱਗ-ਅਲੱਗ ਕੌਮਾਂ ਨੇ, ਨਾਟ ਜਸਟ ਔਨ ਦਾ ਬੇਸਿਸ ਆਫ ਰਿਲੀਜਨ ਬਟ ਆਲਸੋ ਔਨ ਦਾ ਬੇਸਿਸ ਆਫ ਕਲਚਰ। ਉਹ ਜਿਹੜੀ ਐਗਜ਼ਾਮਪਲ ਹੈ ਜਨਾਬ ਕਿ ਹਿੰਦੂਆਂ ਦੇ ਖਾਣੇ ਦੇ ਬਰਤਨ ਹੋਰ ਤਰ੍ਹਾਂ ਦੇ ਹੁੰਦੇ ਨੇ, ਮੁਸਲਮਾਨਾਂ ਦੇ ਹੋਰ ਤਰ੍ਹਾਂ ਦੇ ਨੇ। ਹਿੰਦੂਆਂ ਦਾ ਆਰਕੀਟੈਕਚਰ ਹੋਰ ਤਰ੍ਹਾਂ ਦਾ, ਮੁਸਲਮਾਨਾਂ ਦਾ ਹੋਰ ਤਰ੍ਹਾਂ ਦਾ। ਹਿੰਦੂਆਂ ਦੇ ਲਿਬਾਸ ਹੋਰ ਤਰ੍ਹਾਂ ਦਾ, ਮੁਸਲਮਾਨਾਂ ਦਾ ਲਿਬਾਸ ਹੋਰ ਤਰ੍ਹਾਂ ਦਾ। ਜਿਤਨੀਆਂ ਮਿਸਾਲਾਂ ਤੁਸੀਂ ਦੇ ਸਕਦੇ ਹੋ। ਪੋਲੀਟੀਕਲ ਸਿਸਟਮ ਸਾਡਾ ਹੋਰ ਤਰ੍ਹਾਂ ਦਾ ਹੈ। ਅਸੀਂ ਨਾਲ ਨਾਲ ਹਿੰਦੂਆਂ ਵਿੱਚ ਹਾਲੇ ਵੀ ਜ਼ਾਤ ਪਾਤ ਦਾ ਸਿਸਟਮ ਐਗਜ਼ਿਸਟ ਕਰਦਾ, ਮੁਸਲਮਾਨਾਂ ਵਿੱਚ ਬਹਰਹਾਲ ਆਲਦੋ ਕਿ ਸਾਡੇ ਅੰਦਰ ਬੁਰਾਈਆਂ ਹਨ, ਲੇਕਿਨ ਓਵਰਆਲ ਸਾਡੇ ਅੰਦਰ ਕੀ ਮਾਮਲਾ ਹੈ ਕਿ ਅਸੀਂ ਇਕੱਠੇ ਹਾਂ, ਅਸੀਂ ਸਾਰੇ ਲੋਕਾਂ ਨੂੰ ਬਰਾਬਰ ਸਮਝਦੇ ਹਾਂ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਨੇ ਸਾਬਤ ਕੀਤਾ ਕਿ ਮੁਸਲਮਾਨ ਇੱਕ ਵੱਖਰੀ ਕੌਮ ਹੈ। ਇੱਥੇ ਇੱਕ ਡੈਡ ਲੌਕ ਹੋ ਗਿਆ ਬਿਟਵੀਨ ਗਾਂਧੀ ਐਂਡ ਅਲਾਮਾ ਇਕਬਾਲ, ਜਿਹਦੀ ਵਜ੍ਹਾ ਤੋਂ ਰਾਊਂਡ ਟੇਬਲ ਕਾਨਫਰੰਸ 2 ਵੀ ਨਾਕਾਮ ਹੋ ਗਈ। ਰਾਊਂਡ ਟੇਬਲ ਕਾਨਫਰੰਸ 3 ਵਾਸਤੇ ਸੱਦਿਆ। ਰਾਊਂਡ ਟੇਬਲ ਕਾਨਫਰੰਸ 3 ਦਾ ਜਿਹੜਾ ਮੋਸਟ ਇੰਪੋਰਟੈਂਟ ਇਵੈਂਟ ਸੀ ਉਹ ਸੀ ਕਿ ਜਨਾਬ ਗੁੱਜਰ ਸਾਹਿਬ ਚੌਧਰੀ ਰਹਿਮਤ ਅਲੀ ਗੁੱਜਰ, ਚੌਧਰੀ ਰਹਿਮਤ ਅਲੀ, ਇਹਨਾਂ ਨੇ ਜਨਾਬ ਆਪਣਾ ਇੱਕ ਪੰਫਲੇਟ ਛਾਪਿਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਨਾਬ ਚੌਧਰੀ ਰਹਿਮਤ ਅਲੀ ਸਾਹਿਬ ਜਿਹੜੇ ਨੇ ਨਾਓ ਐਂਡ ਨੈਵਰ ਦੇ ਨਾਂ ਤੋਂ ਇਹਨਾਂ ਨੇ ਇੱਕ ਪੰਫਲੇਟ ਛਾਪਿਆ। ਉਹਦੇ ਵਿੱਚ ਇਹਨਾਂ ਨੇ ਇੱਕ ਨਕਸ਼ਾ ਬਣਾਇਆ ਤੇ ਉਸ ਨਕਸ਼ੇ ਦੇ ਤਹਿਤ ਇਹਨਾਂ ਨੇ ਆਖਿਆ ਕਿ ਜਨਾਬ ਹਿੰਦੁਸਤਾਨ ਦੀ ਤਕਸੀਮ ਹੋਣੀ ਚਾਹੀਦੀ ਹੈ, ਇਹਦੇ ਵਿੱਚ ਮੁਖਤਲਿਫ ਮੁਲਕ ਬਣਨ। ਇਹਦਾ ਤੁਸੀਂ ਨਕਸ਼ਾ ਸਰਚ ਕਰਕੇ ਵੇਖਣਾ, ਬੜਾ ਮਜ਼ਾ ਦਾ ਨਕਸ਼ਾ ਬਣਾਇਆ। ਇਸ ਨੇ ਹਿੰਦੁਸਤਾਨ ਦੀ ਰਿਆਸਤ ਜਿਹੜੀ ਬਣੀ ਨਾ, ਇਤਨੀ ਜਿਹੜੀ ਪ੍ਰੈਜ਼ੈਂਟ ਹੈ ਗੁਜਰਾਤ ਹੈ, ਇਸ ਰੀਜਨ ਦੇ ਇਰਦ ਗਿਰਦ ਛੋਟੀ ਜਿਹੀ ਰਿਆਸਤ ਬਣਾਈ ਹੈ ਹਿੰਦੁਸਤਾਨ। ਬਾਕੀ ਇਹਨਾਂ ਨੇ ਜਨਾਬ ਬਣਾਇਆ ਪਾਕਿਸਤਾਨ, ਫਾਰੂਕਸਤਾਨ ਤੇ ਹੈਦਰਸਤਾਨ, ਜਿਹੜਾ ਹੈ ਨਿਜ਼ਾਮ ਆਫ ਹੈਦਰਾਬਾਦ ਸੀ, ਉਹਨੇ ਇਲਾਕੇ ਵੀ, ਯਾਨੀ ਇਹਨਾਂ ਨੇ ਮੁਸਲਮਾਨਾਂ ਨੂੰ ਤਕਰੀਬਨ ਸਾਰਾ ਇੰਡੀਆ ਦੇ ਦਿੱਤਾ, ਠੀਕ ਹੈ। ਤੇ ਜਨਾਬ ਹਿੰਦੁਸਤਾਨ ਨੂੰ ਨਾ ਇੰਨਾ ਕੋਈ ਇਲਾਕਾ ਦੇ ਕੇ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਨਾਓ ਐਂਡ ਨੈਵਰ ਫॉर ਦੀ ਵੈਰੀ ਫਸਟ ਟਾਈਮ ਨਾਂ ਇਸਤੇਮਾਲ ਹੋਇਆ ਪਾਕਿਸਤਾਨ ਦਾ, ਲਫ਼ਜ਼ ਪਾਕਿਸਤਾਨ ਉੱਥੇ ਇਸਤੇਮਾਲ ਹੋਇਆ। ਬਹਰਹਾਲ ਇਹ ਵੀ ਕਾਨਫਰੰਸ ਵੀ ਨਾਕਾਮ ਹੋ ਗਈ। ਪੰਫਲੇਟ ਬਾਕਾਇਦਾ 1933 ਵਿੱਚ ਛਾਪ ਦਿੱਤਾ, ਕਾਨਫਰੰਸ ਨਾਕਾਮ ਹੋ ਗਈ। ਕਾਇਦੇ ਆਜ਼ਮ ਵੀ ਇੱਥੇ ਰੁੱਸ ਕੇ ਤੇ ਚਲੇ ਗਏ। ਉਹਨਾਂ ਨੇ ਕਿਹਾ ਜੀ ਇੱਥੇ ਇੰਡੀਆ ਦੇ ਅੰਦਰ ਸਿਆਸਤ ਦੇ ਕੋਈ ਫਿਊਚਰ ਕੋਈ ਨਹੀਂ। ਮੁਸਲਿਮ ਲੀਗ ਵੀ ਸੈਗਮੈਂਟੇਸ਼ਨ ਦਾ ਸ਼ਿਕਾਰ ਹੋ ਗਈ, ਦੋ ਗਰੁੱਪ ਬਣ ਗਏ, ਇੱਕ ਜਿਨਾਹ ਗਰੁੱਪ ਬਣ ਗਿਆ ਤੇ ਇੱਕ ਸਰਸ਼ਫੀ ਗਰੁੱਪ ਬਣ ਗਿਆ। ਸਰਸ਼ਫੀ ਪੋਲੀਟੀਕਲ ਡਿਫਰੈਂਸਿਸ ਸਨ ਉਹਨਾਂ ਦੇ ਜਿਨਾਹ ਦੇ ਨਾਲ। ਸਰਸ਼ਫੀ ਕੋਈ ਨੈਗੇਟਿਵ ਜਾਂ ਵਿਲਨ ਕਰੈਕਟਰ ਨਹੀਂ ਹੈ। ਸਰਸ਼ਫੀ ਵਾਜ਼ ਅ ਵੈਰੀ ਬ੍ਰਿਲੀਅੰਟ ਪਰਸਨ, ਬੜੀ ਅੱਛੀ ਪਰਸਨੈਲਿਟੀ ਸੀ, ਮੁਸਲਮਾਨਾਂ ਦੇ ਲਈ ਅੱਛਾ ਹੀ ਸੋਚਦੇ ਸੀ। ਲੇਕਿਨ ਜਿਵੇਂ ਨਜ਼ਰੀ ਇਖਤਲਾਫ ਹੁੰਦਾ, ਇਸ ਤਰ੍ਹਾਂ ਉਹਨਾਂ ਦਾ ਜਿਨਾਹ ਦੇ ਨਾਲ ਇੱਕ ਨਜ਼ਰੀ ਇਖਤਲਾਫ ਸੀ, ਨਜ਼ਰੀਏ ਦਾ ਇਖਤਲਾਫ ਸੀ। ਬਹਰਹਾਲ ਅਲਾਮਾ ਇਕਬਾਲ ਜਿਹੜੇ ਹਨ ਇਹਨਾਂ ਨੇ ਯਾਨੀ ਕਾਇਦੇ ਆਜ਼ਮ ਰੁੱਸ ਕੇ ਚਲੇ ਗਏ। 1934-35 ਵਿੱਚ ਖਤ ਲਿਖੇ ਤੇ ਜਿਨਾਹ ਨੂੰ ਵਾਪਸ ਸੱਦਿਆ ਕਿ ਤੁਸੀਂ ਆ ਜਾਓ, ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਮੁਸਲਿਮ ਲੀਗ ਇਸਲਾਮਾਬਾਦ ਤੁਹਾਨੂੰ ਸਦਰ ਬਣਾਉਂਦੇ ਹਾਂ, ਤੁਸੀਂ ਚੱਲੋ, ਜਿੰਨੀ ਦੇਰ ਤੱਕ ਸਾਡਾ ਇਹ ਫੈਸਲਾ ਡਿਸਾਈਡ ਨਹੀਂ ਹੋ ਜਾਂਦਾ ਕਿ ਤੁਸੀਂ ਮੁਸਲਿਮ ਲੀਗ ਦੇ ਸਦਰ ਰਹੋਗੇ। 1934 ਦੇ ਵਿੱਚ ਵਾਈਟ ਪੇਪਰ ਆਇਆ। ਵਾਈਟ ਪੇਪਰ ਆਦੇ ਨੇ ਉਸ ਡਰਾਫਟ ਨੂੰ ਜਿਹੜਾ ਐਕਟ ਦਾ ਡਰਾਫਟ ਹੁੰਦਾ ਬਰਤਾਨੀਆ ਵਿੱਚ। 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1935 ਆ ਗਿਆ, ਜਿਹਦੇ ਤਹਿਤ ਸਾਡੇ ਪਾਕਿਸਤਾਨ ਨੂੰ ਵੀ ਰੱਦ ਕੀਤਾ ਗਿਆ ਟਿਲ 1956, ਇੰਡੀਆ ਨੂੰ ਵੀ 1952 ਤੱਕ ਰੱਦ ਕੀਤਾ ਗਿਆ। ਗਵਰਨਮੈਂਟ ਆਫ ਇੰਡੀਆ ਐਕਟ 1935। ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਸੀ, ਇਹਦੇ ਆਉਣ ਤੋਂ ਬਾਅਦ 1936 ਤੇ 37 ਦੇ ਵਿੱਚ ਇੰਤਖਾਬਾਤ ਹੋਏ ਸੂਬਿਆਂ ਦੇ ਅੰਦਰ। ਇਹਦੇ ਦੋ ਹਿੱਸੇ ਸੀ, ਇੱਕ ਇਹਦਾ ਫੈਡਰਲ ਪੋਰਸ਼ਨ ਸੀ, ਇੱਕ ਸੂਬਾਈ ਪੋਰਸ਼ਨ ਸੀ। ਇਹਨਾਂ ਨੇ ਕਿਹਾ 1935 ਦੇ ਐਕਟ ਦੇ ਤਹਿਤ ਪਹਿਲੇ ਸੂਬਿਆਂ 'ਚ ਇੰਤਖਾਬਾਤ ਹੋਣਗੇ, ਉੱਥੇ ਹਕੂਮਤਾਂ ਬਣਨਗੀਆਂ। ਕਾਂਗਰਸ ਨੇ ਉਹ ਇਲੈਕਸ਼ਨ ਜਿੱਤੇ ਤੇ 1937 ਦੇ ਵਿੱਚ ਕਾਂਗਰਸ ਮਿਨਿਸਟਰੀਜ਼ ਆ ਗਈਆਂ। ਕਾਂਗਰਸ ਮਿਨਿਸਟਰੀਜ਼ ਦੇ ਦੌਰਾਨ ਤੁਸੀਂ ਇਹ ਪੜ੍ਹਨਾ ਹੈ ਕਿ ਜਨਾਬ ਕਿਹੜੀਆਂ ਮੁਸਲਮਾਨਾਂ ਤੇ ਐਟਰੋਸਿਟੀਜ਼ ਹੋਈਆਂ ਸਨ, ਕਿ ਕਿਹੜੇ ਜ਼ੁਲਮ ਤੇ ਸਿਤਮ ਹੋਇਆ। 1935 ਤੋਂ ਲੈ ਕੇ 1937 ਤੋਂ ਲੈ ਕੇ 1939 ਤੱਕ 22 ਦਸੰਬਰ 1939 ਤੱਕ ਕਾਂਗਰਸ ਦੀਆਂ ਮਿਨਿਸਟਰੀਜ਼ ਰਹੀਆਂ। ਹੋਇਆ ਕੀ, ਜਾਨ ਕਿਵੇਂ ਛੁੱਟੀ ਸਾਡੀ। ਹਿਟਲਰ ਨੇ ਜਦੋਂ ਵਰਲਡ ਵਾਰ 2 ਦਾ ਸਟਾਰਟ ਕੀਤਾ ਤੇ ਜਿਹੜਾ ਗਵਰਨਰ ਜਨਰਲ ਸੀ ਨਾ ਇੰਡੀਆ ਦਾ, ਇਹਨੇ ਐਲਾਨ ਕਰ ਦਿੱਤਾ that India will also be a belligerent party, India will also be a party in World War 2। ਕਾਂਗਰਸ ਨੇ ਆਖਿਆ ਕਿ ਨੁਮਾਇੰਦੇ ਅਸੀਂ ਹਾਂ, ਅਸੀਂ ਇਹ ਡਿਸਾਈਡ ਕਰਾਂਗੇ ਕਿ ਅਸੀਂ ਵਰਲਡ ਵਾਰ 2 ਦਾ ਹਿੱਸਾ ਬਣਨਾ ਹੈ ਜਾਂ ਨਹੀਂ। ਹੂ ਇਜ਼ ਦਾ ਵਾਇਸਰਾਏ ਔਰ ਗਵਰਨਰ ਜਨਰਲ ਟੂ ਡਿਸਾਈਡ। ਅੰਦਰੋਂ ਅਸੀਂ ਵੀ ਜਾਪਾਨ ਤੇ ਬਰਤਾਨੀਆ ਤੋਂ ਡਰੇ ਹੋਏ ਸੀ, ਇੰਡੀਅਨਸ ਜਿਹੜੇ ਹਨ ਨਾ, ਕਿ ਜਨਾਬ ਜਾਪਾਨ ਨੇ ਤੈਅ ਕੀਤਾ ਹੋਇਆ ਕਿ ਅਸੀਂ ਕੀ ਕਰਨਾ, ਬਰਤਾਨੀਆ ਜਾ ਕੇ ਇੰਡੀਆ 'ਤੇ ਜਾ ਕਬਜ਼ਾ ਕਰਨਾ। ਜਾਪਾਨ ਨੇ ਚਾਈਨਾ 'ਤੇ ਕਬਜ਼ਾ ਕਰ ਲਿਆ ਹੋਇਆ ਜੀ ਉਸ ਦੌਰ ਵਿੱਚ, ਤੇ ਅਗਲਾ ਉਹਦਾ ਕੀ ਹੈ ਇੰਡੀਆ। ਅਸੀਂ ਵੀ ਡਰੇ ਡੁਰੇ ਹੋਏ, ਲੇਕਿਨ ਅਸੀਂ ਬਹਰਹਾਲ ਆਖਿਆ। ਕਾਂਗਰਸ ਜਿਹੜੀ ਹੈ
ਇਹਨੇ ਡਿਸਾਈਡ ਕੀਤਾ ਕਿ ਅਸੀਂ ਇਹਦੇ ਨਤੀਜੇ 'ਚ ਕੀ ਕਰਾਂਗੇ, ਖਤਮ ਕਰ ਦਿਆਂਗੇ। ਇਹਨਾਂ ਨੇ ਮਿਨਿਸਟਰੀਜ਼ ਤੋਂ ਰਿਜ਼ਾਈਨ ਕੀਤਾ। ਵਰਲਡ ਵਾਰ 2 ਸਟਾਰਟ ਹੋ ਗਈ ਵਰਲਡ 1939 ਦੇ ਅੰਦਰ। ਇਹ ਕਦੋਂ ਹੋਇਆ? 22 ਦਸੰਬਰ 1939 ਦੇ ਵਿੱਚ। ਮਾਰਚ 1940 ਦੇ ਵਿੱਚ ਤੇ 23 ਮਾਰਚ 1940 ਨੂੰ ਅਸੀਂ ਇੱਥੇ ਕਰਾਰਦਾਦ ਲਾਹੌਰ ਪਾਸ ਕੀਤੀ। ਉਹਦੇ ਵਿੱਚ ਅਸੀਂ ਡਿਸਾਈਡ ਕੀਤਾ ਕਿ ਜਿਹੜੇ ਮੁਸਲਿਮ ਇਲਾਕੇ, ਸੂਬੇ ਨਹੀਂ ਆਖਿਆ, ਜਿਹੜੇ ਮੁਸਲਿਮ ਮੈਜੋਰਿਟੀ ਇਲਾਕੇ ਨੇ, ਇਹਨਾਂ ਨੂੰ ਮਿਲਾ ਕੇ ਪਾਕਿਸਤਾਨ ਬਣਾਇਆ। ਇਸ ਪੇਸ਼ ਕੀਤੀ ਹੈ ਮੌਲਵੀ ਫਜ਼ਲ ਹਕ ਨੇ। ਇਹਦੇ MCQs ਬਣਦੇ ਹੁੰਦੇ ਨੇ, ਇਹ ਤੁਸੀਂ ਜ਼ਰਾ ਡਿਟੇਲ ਨਾਲ ਵੇਖਣੀ ਹੈ। ਮੌਲਵੀ ਫਜ਼ਲ ਹਕ ਨੇ ਪੇਸ਼ ਕੀਤੀ। ਇਹਨੂੰ ਸੈਕਿੰਡ ਕਿਹਨੇ ਕੀਤਾ, ਕਿੰਨੇ ਵੋਟ ਮਿਲੇ, ਕਿਹੜੀ ਜਗ੍ਹਾ ਤੋਂ? ਮਿੰਟੋ ਪਾਰਕ, ਜਿਹਦਾ ਅੱਜ ਕੱਲ੍ਹ ਨਾਮ ਕੀ ਹੈ? ਗ੍ਰੇਟਰ ਇਕਬਾਲ ਪਾਰਕ। ਕੁਛ ਅਰਸਾ ਪਹਿਲੇ ਦਾ ਨਾਮ ਸੀ ਇਕਬਾਲ ਪਾਰਕ। ਫਿਰ ਇਹਨੂੰ ਜਨਾਬ ਰੈਨੋਵੇਟ ਕੀਤਾ ਪਿਛਲੇ ਸਾਲ ਜਦੋਂ ਆਇਆ ਇਹ ਤਈਅਬ ਉਰਦਗਾਨ ਤੇ। ਇਹਦਾ ਨਾਮ ਕੀ ਕਰ ਦਿੱਤਾ? ਗ੍ਰੇਟਰ ਇਕਬਾਲ ਪਾਰਕ। ਜਨਾਬ ਇਹ ਤੁਹਾਡਾ ਗ੍ਰੇਟਰ ਇਕਬਾਲ ਪਾਰਕ ਜਿਹੜਾ ਨਾ, ਇਹਦੇ ਵਿੱਚ ਉਸ ਦੌਰ ਦੇ ਵਿੱਚ ਉਹਦੇ ਫਿਰ ਅਸੀਂ ਮੋਨਾਮੈਂਟ ਵੀ ਬਣਾਇਆ ਹੈ ਮੀਨਾਰੇ ਪਾਕਿਸਤਾਨ ਦੇ ਨਾਂ ਤੋਂ। ਮੀਨਾਰੇ ਪਾਕਿਸਤਾਨ ਦੀ ਹਾਈਟ, ਇਹਨੂੰ ਕੰਸਟਰਕਟ ਕਿਹਨੇ ਕੀਤਾ ਹੈ, ਇਹਦਾ ਡਿਜ਼ਾਈਨ ਕਿਹਨੇ ਬਣਾਇਆ ਹੈ ਜਨਾਬ, ਇਹ ਕਿੰਨੇ ਟਾਈਮ ਵਿੱਚ ਡਿਸਾਈਡ ਬਣਿਆ ਹੈ, ਇਹਦਾ ਕਦੋਂ ਓਪਨਿੰਗ ਕਦੋਂ ਹੋਈ ਹੈ, ਇਹ ਸਾਰੇ MCQ ਦੀ ਚੀਜ਼ਾਂ ਇੰਪੋਰਟੈਂਟ ਹੈ। 1940 ਤੋਂ ਬਾਅਦ 1940 ਲਾਹੌਰ ਰੈਜ਼ੋਲੂਸ਼ਨ। ਲਾਹੌਰ ਰੈਜ਼ੋਲੂਸ਼ਨ ਨੂੰ ਹਿੰਦੂ ਮੀਡੀਆ ਨੇ ਆਖਿਆ ਕਿ ਜਨਾਬ ਇਹ ਕੀ ਹੈ, ਇਹ ਲਾਹੌਰ ਰੈਜ਼ੋਲੂਸ਼ਨ ਨਹੀਂ ਹੈ ਬਲਕਿ ਕਿ ਪਾਕਿਸਤਾਨ ਰੈਜ਼ੋਲੂਸ਼ਨ ਹੈ। ਅਸੀਂ ਕਹਿੰਦੇ ਠੀਕ ਹੈ, ਇੰਜ ਸੀ। ਅਸੀਂ ਵੀ ਆਖਿਆ ਕਿ ਇਹਦਾ ਨਾਮ ਪਾਕਿਸਤਾਨ ਰੈਜ਼ੋਲੂਸ਼ਨ ਹੈ। 1942 ਕ੍ਰਿਪਸ ਮਿਸ਼ਨ ਹੋਇਆ ਕਿ ਜੀ ਵਰਲਡ ਵਾਰ 2 ਵਾਸਤੇ ਬਰਤਾਨੀਆ ਨੂੰ ਜ਼ਰੂਰਤ ਸੀ ਫੌਜੀਆਂ ਦੀ। ਕਾਂਗਰਸ ਨੇ ਬਾਈਕਾਟ ਕੀਤਾ ਹੈ, ਮੁਸਲਿਮ ਲੀਗ ਨੇ ਬਾਈਕਾਟ ਕੀਤਾ ਕਿ ਭਾਈ ਅਸੀਂ ਕੋਈ ਨਹੀਂ ਆਪਣੀ ਆਵਾਮ ਨੂੰ ਆਖਣਾ ਕਿ ਤੁਸੀਂ ਬਰਤਾਨਵੀ ਫੌਜ ਵਿੱਚ ਭਰਤੀ ਹੋ। ਇੱਕ ਬੰਦਾ ਜਿਹਦਾ ਨਾਮ ਹੈ ਸਰ ਕ੍ਰਿਪਸ, ਉਹਨੂੰ ਉੱਥੋਂ ਭੇਜਦੇ ਨੇ, ਆਖਦੇ ਤੂੰ ਜਾ ਉੱਥੇ ਤੇ ਜਾ ਕੇ ਮੁਸਲਿਮ ਲੀਗ ਤੇ ਕਾਂਗਰਸ ਨੂੰ ਤੇ ਦੀਗਰ ਜਿਹੜੇ ਸਟੇਕ ਹੋਲਡਰਸ ਨੇ ਇਹਨਾਂ ਨੂੰ ਮਨਾ ਤੇ ਇਹਨਾਂ ਨੂੰ ਆਖ ਕੇ ਜਨਾਬ ਤੁਸੀਂ ਸਾਡੇ ਨਾਲ ਕੰਪਰੋਮਾਈਜ਼ ਕਰੋ, ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤੇ ਅਸੀਂ ਜਿਹੜਾ ਜਦੋਂ ਜੰਗ ਖਤਮ ਹੋਏਗੀ ਤੁਹਾਨੂੰ ਉਸ ਤੋਂ ਬਾਅਦ ਮੁxtਲਿਫ ਕਿਸਮ ਦੇ ਹਕੂਕ ਮਜ਼ੀਦ ਦੇ ਦੇਵਾਂਗੇ। ਇਹ ਸੀ ਕ੍ਰਿਪਸ ਮਿਸ਼ਨ ਦਾ ਮਕਸਦ। ਠੀਕ ਹੈ ਨਾ। ਲਤੀਫਾ ਵੀ ਬਣਿਆ ਹੋਇਆ ਕਿ ਉਹ ਇੱਕ ਮਰਾਸੀ ਹੈ ਨਾ ਪਿੰਡ ਦਾ, ਤੇ ਉਹਦੇ ਕੋਲ ਡਿਪਟੀ ਕਮਿਸ਼ਨਰ ਸਾਹਿਬ ਪਹੁੰਚੇ, ਉਹਨੇ ਆਖਿਆ ਜੀ ਮਾਈ ਬਾਦਸ਼ਾਹ ਜਿਹੜੀ ਸਾਡੀ ਮਲਕਾ ਜਾਂ ਬਾਦਸ਼ਾਹ ਹੈ ਉਹਨੂੰ ਜ਼ਰੂਰਤ ਹੈ ਕਿ ਜਨਾਬ ਤੇਰੇ ਬੇਟੇ ਦੀ ਫੌਜ 'ਚ ਭਰਤੀ ਹੋਵੇ। ਉਸ ਆਖਿਆ ਜੇ ਬਾਦਸ਼ਾਹ ਨੂੰ ਮਰਾਸੀ ਦੇ ਪੁੱਤਰ ਦੀ ਲੋੜ ਪੈ ਗਈ ਤੇ ਉਹਨੂੰ ਆਖ ਜੰਗ ਹਾਰ ਜਾਵੇ, ਤੂੰ ਜੰਗ ਹਾਰ ਗਿਆ। ਤੇ ਜ਼ਬਰਦਸਤੀ ਭਰਤੀਆਂ ਆਉਂਦੀਆਂ, ਮਾਵਾਂ ਆਪਣੇ ਪੁੱਤਰਾਂ ਨੂੰ ਬਜਾ ਦਿੰਦੀਆਂ। ਤੇ ਸਾਡੇ ਪੰਜਾਬ ਨੇ ਅਲਬੱਤਾ ਇਹਦੇ ਵਿੱਚ ਗੋਰਖਾ ਰੈਜੀਮੈਂਟ ਇੱਕ ਸੀ ਤੇ ਇੱਕ ਸਾਡੀ ਸਿੱਖਾਂ ਦੀ ਰੈਜੀਮੈਂਟ, ਇਹਨਾਂ ਨੇ ਪੰਜਾਬ ਦੇ ਵਿੱਚ ਇਸ ਯਾਨੀ ਦੌਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇੱਕ ਗੋਰਖਾ ਰੈਜੀਮੈਂਟ ਸੀ, ਇਹ ਮੈਨੂੰ ਭੁੱਲ ਗਿਆ ਕਿਹੜੇ ਇਲਾਕੇ ਦੀ ਹੈ, ਤੇ ਦੂਸਰਾ ਜਿਹੜਾ ਨਾ ਪੰਜਾਬ ਦੇ ਸਿੱਖਾਂ ਦੀ ਰੈਜੀਮੈਂਟ। ਇਹ ਤੁਸੀਂ ਮੂਵੀ ਵੀ ਇਹਦੇ ਉੱਤੇ ਆਈ ਹੈ, ਦਿਲਜੀਤ ਦੋਸਾਂਝ ਦੀ ਮੂਵੀ ਆਈ ਹੈ, ਟਰੂ ਸਟੋਰੀ ਹੈ ਉਹ ਵੀ ਨਾ। ਉਹਦਾ ਮੂਵੀ ਦਾ ਨਾਮ ਮੇਰੇ ਜ਼ਿਹਨ 'ਚ ਉਤਰ ਕੇ ਦਿਲਜੀਤ ਦੋਸਾਂਝ ਦੀ ਹੈ ਇਸੇ ਟੌਪਿਕ ਤੇ। ਵਰਲਡ ਵਾਰ ਅਕਸ਼ੇ ਕੁਮਾਰ ਕੇ ਹੈ ਸਰ, ਉਹ ਵੀ ਪੁਲਿਸ ਪੇ ਹੈ ਸ਼ਾਇਦ, ਉਹ ਨਹੀਂ ਮੈਂ ਵੇਖੀ। ਕ੍ਰਿਪਸ ਮਿਸ਼ਨ ਜਿਹੜਾ ਸੀ ਨਾ, ਇਹਦੇ ਸੀਲੀਅੰਟ ਫੀਚਰਸ ਵੇਖ ਲਵੇ, ਇਹਨੂੰ ਪੜ੍ਹ ਲਵੇ, ਸਵਾਲ ਬਣ ਸਕਦਾ। ਜਦੋਂ ਇਹ ਕ੍ਰਿਪਸ ਮਿਸ਼ਨ ਆਇਆ ਕਾਂਗਰਸ ਨੇ ਰਿਜੈਕਟ ਕਰ ਦਿੱਤਾ, ਮੁਸਲਿਮ ਲੀਗ ਨੇ ਰਿਜੈਕਟ ਕਰ ਦਿੱਤਾ। ਉਸ ਤੋਂ ਬਾਅਦ ਜਨਾਬ ਕੀ ਹੋਇਆ, ਕੁਇਟ ਇੰਡੀਆ ਮੂਵਮੈਂਟ ਸਟਾਰਟ ਹੋ ਗਈ ਇੰਡੀਆ ਦੇ ਅੰਦਰ। ਕੁਇਟ ਇੰਡੀਆ ਮੂਵਮੈਂਟ ਜਿਹੜੀ ਸੀ ਇਹ ਕੀ ਸੀ, ਗਾਂਧੀ ਨੇ ਆਖਿਆ ਕਿ ਜਨਾਬ ਤੁਸੀਂ ਕੀ ਕਰੋ, ਇੱਥੋਂ ਮੁਲਕ ਛੱਡ ਕੇ ਚਲੇ ਜਾਵੋ। ਇਹਦੇ ਮੁਕਾਬਲੇ 'ਚ ਜਿਨ੍ਹਾਂ ਨੇ ਆਖਿਆ ਡਿਵਾਈਡ ਐਂਡ ਕੁਇਟ ਇੰਡੀਆ, ਸਾਨੂੰ ਕੀ ਕਰੋ, ਅਲੱਗ ਨਿਕਲੋ। ਅੱਛਾ, ਉਸ ਤੋਂ ਬਾਅਦ ਜਨਾਬ ਤੁਹਾਡੇ ਕੋਲ ਵਿਵਲ ਪਲਾਨ ਆ ਗਿਆ 1943 ਵਿੱਚ। ਇਹ ਨਵਾਂ ਵਾਇਸਰਾਏ ਆਇਆ, ਇਹਨੇ ਕਿਹਾ ਜੀ ਵਾਰ ਅਗਰ ਜਿੱਤ ਗਈ ਤੇ ਵਾਰ ਤੋਂ ਅਗਰ ਅਸੀਂ ਜਿੱਤ ਗਏ ਤੇ ਅਸੀਂ ਬਰਤਾਨੀਆ ਤੋਂ ਆਜ਼ਾਦੀ ਦੇ ਦਿਆਂਗੇ ਇੰਡੀਆ ਨੂੰ, ਵਿਵਲ ਨੇ ਆਖਿਆ। ਠੀਕ ਹੈ ਜੀ। ਤੇ ਇਹਨੇ ਹੁਕਮਰਾਨੀ ਦੇ ਬਾਰੇ 'ਚ ਮੁਖਤਲਿਫ ਤਰ੍ਹਾਂ ਦੀ ਦਿੱਤਾ ਕਿ ਜਨਾਬ ਜਿਹੜੀ ਤੁਹਾਡੀ ਹੁਕਮਰਾਨੀ ਹੋਏਗੀ ਅਸੀਂ ਤੁਹਾਨੂੰ ਦੇਵਾਂਗੇ, ਗਵਰਨਰ ਜਨਰਲ ਖੜਾ ਰਹੇਗਾ, ਬਾਕੀ ਵਜ਼ੀਰ ਆਜ਼ਮ ਹਰ ਚੀਜ਼ ਤੁਹਾਨੂੰ ਮਿਲੇਗੀ। ਇਹ ਵੇਵਲ ਪਲਾਨ ਸੀ। ਵੇਵਲ ਪਲਾਨ ਤੋਂ ਬਾਅਦ ਇਹ ਗਾਂਧੀ ਜਿਨਾਹ ਟਾਕਸ 1944 ਦੇ ਵਿੱਚ, ਗਾਂਧੀ ਤੇ ਜਿਨਾਹ ਦੀ ਆਪਸ ਦੇ ਵਿੱਚ 1900 ਮੇਰੇ ਖਿਆਲ ਹੈ 1920 ਤੋਂ ਬਾਅਦ ਆਨਵਰਡ ਕੋਈ ਕੋਆਪਰੇਸ਼ਨ ਨਹੀਂ ਸੀ। ਇੱਕ ਬੰਦਾ ਸੀ ਜਿਹਦਾ ਨਾਮ ਸੀ ਰਾਜ ਗੋਪਾਲ ਆਚਾਰੀਆ,
चक्रवर्ती राजगोपालाचारी हाँ CR फार्मूला ने तो चक्रवर्ती राजगोपालाचार्य फार्मूला ਉਹਨੇ ਆਖਿਆ ਕਿ ਜਨਾਬ ਅੱਛਾ ਗਾਂਧੀ ਇਹ ਚਾਹੁੰਦਾ ਸੀ ਕਿ ਜਨਾਬ ਕੌਮ ਦੇ ਉੱਤੇ ਕੋਈ ਡਿਬੇਟ ਨਹੀਂ ਹੋ ਸਕਦੀ, ਕੌਮ ਇੱਕ ਹੀ ਹੈ। ਜਿਨ੍ਹਾਂ ਨੇ ਇਹ ਚਾਹੁੰਦੇ ਸੀ ਕਿ ਨਹੀਂ ਕੌਮਾਂ ਦੋ ਨੇ, ਇਸ ਦੇ ਉੱਤੇ ਪ੍ਰੋਬਲਮ ਚੱਲ ਰਹੀ ਸੀ। ਲਿਹਾਜ਼ਾ 1944 ਦੇ ਵਿੱਚ ਗੁਜਰਾਤ ਦੇ ਵਿੱਚ ਮੇਰੇ ਖਿਆਲ ਇਹਨਾਂ ਦੇ ਘਰ ਹੀ ਸ਼ਾਇਦ नहीं सर, क्विट इंडिया मूवमेंट के बाद गांधी को गिरफ्तार कर लिया गया था और गांधी ने राजगोपाल आचार्य को जो है वो कहा था कि आप इस पे ओपिनियन दें। तो उसने फिर एक जो है ना CR फार्मूला, जिसे राजा जी फार्मूला भी कहते हैं, क्योंकि ये राजगोपाल आचार्य जो था ये मद्रास का था और वहाँ पर ये राजा जी के नाम से मशहूर था। तो वहाँ इसको फिर कहा और इसने फिर एक CR फार्मूला तैयार किया। उस फार्मूले के तहत ये टॉक्स हुई। ये टॉक्स ओके, CR फार्मूला के तहत ये टॉक्स हुई हैं। इसके बाद जनाब शिमला कॉन्फ्रेंस हुई। शिमला आपको पता है ना कि गोरों के दौर में ये समर कैपिटल भी था इंडिया का। समर कैपिटल का मतलब ये है कि गर्मियों के अंदर ये कैपिटल था ये शिफ्ट कर देते थे कहाँ पे, शिमला में, और सर्दियों में दिल्ली में। तो ये जनाब ये शिमला कॉन्फ्रेंस हुई यहाँ पे। उसके अंदर भी बहरहाल कोई खास रिजल्ट नहीं निकल सका। 1945 के अंदर वर्ल्ड वार 2 का खात्मा हो गया। 90 और बरतानिया जो था उसे बहुत ज़्यादा फाइनेंशियल लॉस हुआ और ये चला गया बहुत ज़्यादा नुकसान के अंदर। उसके बाद इन्होंने 1945 के अंदर यहाँ पे इलेक्शन करवाए। इलेक्शन के नतीजे में यहाँ पे जो मुसलमान सेपरेट इलेक्टोरेट के तहत हुए थे, जो मुसलमानों की 30 सीटें थी फेडरल असम्बली में, कॉन्स्टिट्यूंट असम्बली के अंदर, वो 30 की 30 सीटें मुस्लिम लीग ने जीती और कांग्रेस ने बाकी सीटों की, जनरल सीटों पे कांग्रेस ने मेजॉरिटी हासिल की। जिसका नतीजा क्या निकला कि जनाब मुस्लिम लीग की ये डिमांड कि दैट वी आर द रिप्रेजेंटेटिव ऑफ द मुस्लिम्स ऑफ इंडिया, ये रिप्रेजेंटेटिव ये जो थी ये क्या हो गई, इस्टेब्लिश होगी। इस्टेब्लिश होने की वजह से क्या हुआ कि अब यहाँ पे काबीना बननी है और काबीना के अंदर जो वज़ीर आज़म है उसके लिए हुकूमत बनाने के लिए दावत मिलनी है किसको, कांग्रेस को। कांग्रेस ने वज़ीर आज़म नामजद किया किसको, पंडित जवाहरलाल नेहरू को। नेहरू साहब ने कहा कि जो काबीना बनानी है उस काबीना के अंदर मुसलमानों को रिप्रेजेंटेशन देनी। अब यहाँ पे एक प्रॉब्लम पेश आ गई बिटवीन किसके, मुस्लिम लीग के और कांग्रेस के। जो हुकूमत बननी है उसमें 5 मुसलमान, 15 वजीर बनने हैं, 15 में से 5 मुसलमान होने हैं। अब कांग्रेस ये चाहती थी कि उन 5 मुसलमान वजीरों में से एक मौलाना अबुल कलाम आज़ाद हो। मौलाना अबुल कलाम आज़ाद जो थे ये मुसलमानों की सीट पे नहीं जीते थे बल्कि जनरल सीट पे जीते थे। कांग्रेस की सीट पे, आज़ाद नहीं, जनरल सीट पे जीते थे। यस, ही वाज द प्रेसिडेंट ऑफ कांग्रेस एट दैट टाइम। और शरीफ किधर, हयात टिवाना सर, टिवाना, ये यूनियनिस्ट पार्टी की तरफ से। अब ये क्या होता है कि अब ये कांग्रेस ये चाहती है कि 4 जो है वो मुस्लिम लीग नामजद कर ले, 5वां हम नामजद करें। मुस्लिम लीग कहते नहीं, आपने अगर अब्दुल कलाम आज़ाद को सीट देनी है तो अपनी सीटों में से दें, कांग्रेस की सीटों में से, जनरल सीटों में से। हम अपने 5 खुद नामजद करेंगे। इस बात पे काफ़ी डिबेट हुई जिसकी वजह से कैबिनेट मिशन प्लान आया। जनाब पॉलिटिकल डेडलॉक जो था वो ख़त्म करवाने के लिए बहरहाल कर करा के 1946 की जो कैबिनेट बनी उसके अंदर फाइनेंस मिनिस्टर का ओहदा किसको मिला, लियाकत अली खान को। इसके अलावा कांग्रेस मुस्लिम लीग ने जो बंदे नामजद किए वो आपने देखने हैं कौन कौन से थे और उनके कौन कौन से ओहदे थे। ये MCQs के लिए इंपॉर्टेंट है। ये जो काबीना बनी थी उसमें वज़ीर आज़म कौन था, नेहरू। वज़ीर खजाना कौन था, लियाकत अली खान। बाकी भी आपने देखने हैं कौन कौन से थे। पुअर मैन बजट पेश किया था इस साल के अंदर। पुअर मैन बजट इंडिया के लिए किसने पेश किया था, लियाकत अली खान ने। इसके बाद जनाब आपके पास 3 जून का प्लान आ जाएगा। इसमें 3 जून का जो प्लान था ये 20 फरवरी को जो वज़ीर आज़म था बरतानिया का लॉर्ड एटली, उसने डिसाइड किया कि हम लोग जून 1948 तक, जून 1948 तक क्या करेंगे, इंडिया को मुकम्मल तौर पे छोड़ देंगे। अब यहाँ पे क्या डिसाइड हुआ 3 जून के प्लान के अंदर कि हम लोग 3 जून 1948 तक इंडिया छोड़ देंगे और ये जो इंडिया छोड़ने के लिए क्या करेंगे, मुख्तलिफ काम करेंगे। वो ये था पहला कि जो नॉन मुस्लिम इलाके हैं वो किसको दे देंगे, कांग्रेस को, और जो मुस्लिम इलाके हैं वो मुस्लिम लीग को, और 2 अलग अलग मुल्क पाकिस्तान और हिंदुस्तान बनाए जाएंगे। नंबर 1 बात। नंबर 2, जो स्टेट्स हैं इनको ऑप्शन दी जाएगी कि आप जिस मुल्क के साथ शामिल होना चाहें वहाँ शामिल हो जाए। जितनी रियासतें 500 कितनी रियासतें थी, 38 या 508 रियासतें थी। इसके बाद जनाब इन्होंने कहा जो पंजाब और बंगाल हैं ये चूंकि इसमें हिंदू और मुसलमान और सिख ये हैं तो इनको डिवाइड किया जाए। ठीक है जी। उसके बाद बलूचिस्तान जो है उसके सामने ऑप्शन रखे कि आप या इंडिया का हिस्सा बन जाए या पाकिस्तान का हिस्सा बन जाए।
ठीक है, या आप आज़ाद भी रहना चाहें तो आप आज़ाद रह सकते हैं। उसके बाद जनाब सिलहट जो था, ये एक डिस्ट्रिक्ट था, इसको ये सारे आपने देख लिए। रेड क्लिफ अवार्ड क्या था? पंजाब को और बंगाल को डिवाइड करने के लिए जो एक कमीशन आया, वो एक वकील था रेड क्लिफ के नाम का, उसकी सरबराही में कमीशन बना। इसके जो कमीशन के मेंबर्स हैं वो आपने देखने हैं। 2 मेंबर पंजाब से मुस्लिम लीग ने नामजद किए, 2 कांग्रेस ने नामजद किए, 2 बंगाल से नामजद किए, 2 कांग्रेस ने नामजद किए। इस तरह 5-5 रुकनी कमीशन बना, जिनके अंदर 2 यानी कि वो रेड क्लिफ के नुमाइंदे थे जो हेड करते थे, और 4 जो थे मुस्लिम लीग और कांग्रेस के। इस तरह नुमाइंदे मिला के इनके नाम देखने आपने, एमसीक्यूज में नाम आते होते हैं। पंजाब की और इसकी पार्टीशन होगी, रेड क्लिफ अवार्ड इसे कहते हैं। इसके ऊपर क्रिटिसिज्म जरूर पढ़ना है आपने। उसके बाद जनाब आपका पाकिस्तान बन गया। 11 अगस्त 1947 को पहला इजलास हुआ पाकिस्तान की असम्बली का, और जो असम्बली थी उसका नाम दिया गया कॉन्स्टिट्यूएंट असम्बली, जिसका काम किया है कॉन्स्टिट्यूशन बनाना। ठीक है जी, कॉन्स्टिट्यूशन असम्बली का नाम दिया गया। 1947 में पहला इजलास हुआ। इसके अंदर जनाब पाकिस्तान का झंडा बनाया गया। पाकिस्तान के झंडे के अंदर आपने देखना है कि किस डिज़ाइन के तहत बना, कितने इसके अंदर वो थे हमारे पास, रंग क्या है, किसने बनाया, अमीरुद्दीन क्या नाम था उसका, कुदवाई उसने बनाया। उसके बाद कायद आज़म के कहने पे बनाया। इसकी जो डायमेंशंस हैं वो आपने देखनी है कि रेड हिस्सा कितना होता है, सॉरी ग्रीन हिस्सा कितना होता है, वाइट हिस्सा कितना होता है, चांद और जो सूरज है उसका कोई एंगल शेंगल अगर कोई है वो देखना है आपने, चांद और तारे का। ठीक है जी, दैट्स ऑल। डंडा कहाँ दिया हुआ है? दैट्स ऑल।